ਅਮਰਪਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਤੁਸੀਂ ਸਾਨੂੰ ਅੱਜ ਹਿਊਮਨ ਰਿਸੋਰਸ ਮੈਨੇਜਮੈਂਟ ਬਾਰੇ ਉਹਦੀ ਇੰਟਰੋਡਕਸ਼ਨ ਦਿਓ। ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਔਰ ਅੱਜ ਆਪਣਾ ਟੌਪਿਕ ਹੈ ਕਿ ਹਿਊਮਨ ਰਿਸੋਰਸ ਮੈਨੇਜਮੈਂਟ। ਇੱਕ HR ਮੈਨੇਜਰ ਔਰ ਇੱਕ ਜਿਹੜਾ ਐਗਜ਼ੀਕਿਊਟਿਵ ਹੁੰਦਾ ਇੱਕ ਕੰਪਨੀ ਦਾ ਔਰ ਆਰਗੇਨਾਈਜੇਸ਼ਨ ਦਾ ਕਿਸੇ ਦਾ ਵੀ ਉਹਦੇ ਲਈ ਕਿੰਨਾ ਇੰਪੋਰਟੈਂਟ ਹੁੰਦਾ ਇਹਦਾ ਰੋਲ, ਤਾਂ ਅੱਜ ਆਪਾਂ ਇਸ ਟੌਪਿਕ ਤੇ ਥੋੜਾ ਜਿਹਾ ਡਿਸਕਸ ਕਰਾਂਗੇ। ਇਹ ਟੌਪਿਕ ਬਹੁਤ ਜ਼ਿਆਦਾ ਮਤਲਬ ਕਿ ਜਿੰਨਾ ਇਸ ਟੌਪਿਕ ਤੇ ਆਪਾਂ ਗੱਲ ਕਰ ਸਕੀਏ, ਬਟ ਆਪਾਂ ਕੁਝ ਥੋੜਾ ਜਿਹਾ ਉਹਦੇ ਤੇ ਆਪਾਂ ਦੇਖਾਂਗੇ ਕਿ ਕੀ ਇਹਦਾ ਮੇਨ ਜਿਹੜਾ ਹੈ ਫੰਕਸ਼ਨਿੰਗ ਕੀ ਹੁੰਦੀ ਹੈ ਇਸ ਪਰਸਨ ਦੀ। ਮਤਲਬ ਕਿ ਇੱਕ ਐਂਟਰਪ੍ਰੇਨਿਓਰ ਹੁੰਦਾ ਜਿਹੜਾ ਆਪਣਾ ਬਿਜ਼ਨਸ ਸਟਾਰਟ ਕਰਦਾ ਔਰ ਹੌਲੀ ਹੌਲੀ ਉਹਨੂੰ ਇੱਕ ਮੁਕਾਮ ਤੇ ਪਹੁੰਚਾਉਂਦਾ, ਲੇਕਿਨ ਉਹਦੇ ਨਾਲ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਕਿ ਉਹਨੇ ਇੱਕ ਬਿਜ਼ਨਸ ਸਟਾਰਟ ਹੈਗਾ ਕਿਵੇਂ ਕਰਨਾ, ਮੈਨੇਜ ਕਿਵੇਂ ਕਰਨਾ। ਤੁਹਾਡੀ ਆਵਾਜ਼ ਬੜੀ ਆਹਿਸਤਾ ਆ ਰਹੀ ਹੈ ਮੈਮ। ਅੱਛਾ ਜੀ। ਕੰਪਨੀ ਨੂੰ ਆਟੋਮੋਬਾਈਲ ਮੋਡ ਤੇ ਪਾਉਣਾ ਇਹ ਜਿਹੜਾ ਹੈਗਾ ਉਹਨੂੰ ਨਹੀਂ ਪਤਾ ਹੁੰਦਾ। ਔਰ HR ਇੱਕ ਬਹੁਤ ਵੱਡਾ ਜਿਹੜਾ ਸਬਜੈਕਟ ਹੈ। ਇੱਕ HR ਐਗਜ਼ੀਕਿਊਟਿਵ ਐਂਡ ਮੈਨੇਜਰ ਦਾ ਪਹਿਲਾ ਕੰਮ ਹੁੰਦਾ ਆਪਣੇ ਆਰਗੇਨਾਈਜੇਸ਼ਨਸ ਦੇ ਲਈ EMPLOYEE ਮੈਨੇਜਮੈਂਟ ਸਿਸਟਮ ਦੇਖਣਾ। ਤੁਹਾਡੀ ਆਰਗੇਨਾਈਜੇਸ਼ਨ 'ਚ ਜੋ ਮਤਲਬ ਕਿ EMPLOYEES ਹੈ, ਉਹਨਾਂ EMPLOYEES ਦਾ ਉਹਨਾਂ ਦਾ ਕੰਮ ਦੇ ਹਿਸਾਬ ਨਾਲ ਉਹਨਾਂ ਨੂੰ ਦੇਖਣਾ ਕਿ ਇਹਨਾਂ ਦਾ ਕੀ ਕੰਮ ਹੈਗਾ, ਕਿਸ ਤਰ੍ਹਾਂ ਦਾ ਇਹ ਕੰਮ ਵਰਕ ਜਿਹੜਾ ਹੈਗਾ ਉਹ ਕਰਕੇ ਉਹਨਾਂ ਦੇ ਡੈਜ਼ਿਗਨੇਸ਼ਨ ਦੇ ਅਕੋਰਡਿੰਗ ਉਹਨਾਂ ਦਾ ਏਰੀਆ ਜਿਹੜਾ ਉਹਨੂੰ ਅਲੋਟ ਕਰਨਾ। ਸਪੋਜ਼ ਇੱਕ ਪ੍ਰੋਡਕਸ਼ਨ ਮੈਨੇਜਰ ਹੈ ਤਾਂ ਉਹਨੇ ਦੇਖਣਾ ਕਿ ਇਹਦੇ ਵਿੱਚ ਕਿੱਦਾਂ ਦਾ ਪ੍ਰੋਡਕਸ਼ਨ ਹੈਗੀ ਹੈ, ਕਿਸ ਪਰਸਨ ਨੂੰ ਕਿਸ ਚੀਜ਼ ਤੇ ਲਾਉਣਾ, ਕਿਸ ਨੂੰ ਸੇਲ ਪਰਚੇਸ ਤੇ ਲਾਉਣਾ, ਕਿਸ ਨੂੰ ਪ੍ਰੋਡਕਸ਼ਨ ਤੇ ਮੈਨੂਫੈਕਚਰਿੰਗ ਤੇ ਲਾਉਣਾ, ਇਹ ਸਾਰਾ ਦੇਖਦਾ ਆ। ਤਾਂ ਜਿਹੜਾ ਉਹਦਾ ਇੰਟਰਫੇਅਰ ਹੈਗਾ ਉਸੇ ਫੀਲਡ 'ਚ ਮਤਲਬ ਹੋਣਾ ਚਾਹੀਦਾ ਕਿ ਅਗਰ ਇੱਕ ਅਕਾਊਂਟੈਂਟ ਹੈਗਾ ਤਾਂ ਉਹਨੂੰ ਅਕਾਊਂਟ ਦੀ ਫੀਲਡ ਵਿੱਚ ਹੀ ਕੰਮ ਕੀਤਾ ਜਾਵੇ, ਕਿਉਂਕਿ ਉਹ ਆਪਣੇ ਕੰਮ 'ਚ ਮਾਹਿਰ ਹੁੰਦਾ। ਇੱਕ ਐਸਾ ਦਾ ਕੰਮ ਹੁੰਦਾ ਕਿ ਉਹ ਸਾਰੇ EMPLOYEES ਨੂੰ ਅੱਛੇ ਢੰਗ ਨਾਲ ਮਤਲਬ ਕਿ ਉਹਦੇ ਪ੍ਰੋਫੈਸ਼ਨਲ ਦੇ ਅਕੋਰਡਿੰਗ ਉਹਦੇ ਜੋ ਕਿ ਉਹ ਪ੍ਰੋਫਾਈਲ ਉਹਦਾ ਉਹਨੂੰ ਡਾਟਾ ਕਰਕੇ ਉਹਨੂੰ ਮੇਨਟੇਨ ਕਰਨਾ। HR ਮੈਨੇਜਰ ਇਹ ਸਾਰੇ ਕੰਮ ਜਿਹੜਾ ਹੈਗਾ ਕਰਦਾ ਕਿ ਇੱਕ ਚੀਜ਼ ਨੂੰ ਦੇਖਦਾ ਕਿ ਕਿਸੇ ਪਰਸਨ ਦਾ ਕਿਵੇਂ ਦਾ ਕੰਮ ਹੈ, ਕਿਵੇਂ ਦੀ ਉਹਦੀ ਮਤਲਬ ਕਿ ਕੈਪੇਬਿਲਿਟੀ ਹੈਗੀ ਆ। ਤਾਂ ਜਿਹੜਾ HR ਦਾ ਇੱਕ ਹੋਰ ਕੰਮ ਹੁੰਦਾ ਕਿ ਸੈਲਰੀਜ਼ ਮੇਨਟੇਨ ਕਰਨਾ। ਕੰਪਨੀ ਦੇ ਹਰ ਇੱਕ EMPLOYEE ਦੀ HR ਨੂੰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਕਿ ਉਹ ਜਿਹੜਾ ਹੈਗਾ EMPLOYEE ਕਿੰਨੇ ਦਿਨ ਕੰਮ ਕਰ ਰਿਹਾ, ਅਗਰ ਉਹ ਛੁੱਟੀ ਤੇ ਹੈ ਤਾਂ ਕਿੰਨੀਆਂ ਛੁੱਟੀਆਂ ਲੈ ਰਿਹਾ, ਕਿੰਨੀਆਂ ਉਹਦੀ ਹੌਲੀਡੇਜ਼ ਹੋਈਆਂ ਨੇ, ਕਿੰਨੇ ਆਵਰਸ ਉਹ ਕੰਮ ਕਰ ਰਿਹਾ, ਕਿੰਨਾ ਉਹਦਾ ਮਤਲਬ ਕਿ ਓਵਰਟਾਈਮ ਹੈਗਾ, ਜਾਂ ਉਹ ਸਾਰਾ ਜਿਹੜਾ ਹੈਗਾ ਬਿਊਰਾ ਜਿਹੜਾ ਹੈਗਾ HR ਦੇ ਕੋਲ ਹੋਣਾ ਚਾਹੀਦਾ। ਦੈਨ ਉਹ HR ਜਿਹੜਾ ਹੈਗਾ ਸਾਰਾ ਡੇਟਾ ਜਿਹੜਾ ਹੈਗਾ ਕਲੈਕਟ ਕਰਕੇ ਉਹਨੂੰ ਮੇਨਟੇਨ ਕਰਕੇ ਐਟ ਦੀ ਐਂਡ ਜਿਹੜਾ ਹੈਗਾ ਉਹਦੀ ਐਟ ਦੀ ਐਂਡ ਮੰਥ ਆਫ ਦਾ ਸੈਲਰੀ ਜਿਹੜੀ ਹੈਗੀ ਆ, ਓਵਰਟਾਈਮ ਜਾਂ ਐਕਸਟਰਾ ਜੋ ਵੀ ਹੈਗਾ ਉਹਨਾਂ ਦੇ ਇਨਸੈਂਟਿਵਸ ਹੈਗੇ, ਉਹ ਸਾਰਾ ਮੇਨਟੇਨ ਕਰਕੇ ਜਿਹੜਾ ਹੈਗਾ ਅਕਾਊਂਟ ਸੈਕਸ਼ਨ ਨੂੰ ਦਿੰਦਾ। ਉਸ ਤੋਂ ਬਾਅਦ ਹੈਗਾ ਕਿ HR ਦਾ ਇੱਕ ਹੋਰ ਕੰਮ ਹੁੰਦਾ ਕਿ EMPLOYEES ਦਾ ਪ੍ਰਮੋਸ਼ਨ ਔਰ ਡਿਵੋਸ਼ਨ ਕਰਨਾ। ਇਹ ਸਿਚੁਏਸ਼ਨ ਦੇ ਅਕੋਰਡਿੰਗ ਹੁੰਦਾ ਆ। ਸਪੋਜ਼ ਕਰੋ ਕਿ ਅਗਰ ਕੋਈ EMPLOYEE ਬਹੁਤ ਅੱਛਾ ਕੰਮ ਕਰ ਰਿਹਾ ਜਾਂ ਉਸਦਾ ਆਊਟਪੁੱਟ ਬਹੁਤ ਅੱਛਾ ਆ ਰਿਹਾ ਤਾਂ ਆਰਗੇਨਾਈਜੇਸ਼ਨ ਨੂੰ ਬਹੁਤ ਅੱਛਾ ਮਤਲਬ ਕਿ ਰਿਜ਼ਲਟ ਪ੍ਰੋਡਿਊਸ ਕਰਕੇ ਦੇ ਰਿਹਾ, ਤਾਂ HR ਉਸ ਪਰਟੀਕੁਲਰ EMPLOYEE ਲਈ ਇੱਕ ਪਰਫਾਰਮੈਂਸ ਸ਼ੀਟ ਬਣਾਉਂਦਾ ਆ ਤਾਂ ਕਿ ਉਸ EMPLOYEES ਦਾ ਜਿਹੜਾ ਕੰਮ ਬਹੁਤ ਅੱਛਾ ਕਰ ਰਿਹਾ ਕੰਪਨੀ ਬਹੁਤ ਅੱਛਾ ਮਤਲਬ ਕਿ ਉਹਨੂੰ ਕੁਛ ਏਦਾਂ ਦੇ ਇਨਸੈਂਟਿਵਸ ਦੇਵੇ ਤਾਂ ਕਿ ਉਹ ਹੋਰ ਜ਼ਿਆਦਾ ਪ੍ਰਮੋਟ ਹੋਵੇ, ਆਪਣੇ ਕੰਮ ਦੀ ਰਿਸਪੌਂਸਿਬਿਲਿਟੀ ਉਹ ਸਮਝਦਾ ਹੋਵੇ, ਤਾਂ ਉਹਦਾ ਇੱਕ ਮਤਲਬ ਕਿ ਪ੍ਰਮੋਸ਼ਨ ਵੀ ਕੀਤਾ ਜਾਣਾ ਚਾਹੀਦਾ। ਤਾਂ ਉਹਦੇ ਜਿਹੜੇ ਸੈਲਰੀ ਤੇ ਇੰਕਰੀਮੈਂਟ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਸਾਰਾ ਕੁਛ ਮਤਲਬ ਕਿ ਜਿੰਨੀ EMPLOYEE ਦੀ ਇੱਕ ਡਿਟੇਲ ਹੁੰਦੀ ਹੈ ਨਾ, ਉਹ ਸਾਰਾ ਉਸ HR ਨੂੰ ਪਤਾ ਹੋਣਾ ਚਾਹੀਦਾ ਕਿ ਇਹਦੀ ਫੰਕਸ਼ਨਿੰਗ ਕੀ ਹੈ ਤੇ ਕਿਸ ਲੈਵਲ ਦੀ ਫੰਕਸ਼ਨਿੰਗ ਹੈ, ਕਿੰਨੀ ਇਹਨੂੰ ਨੌਲੇਜ ਹੈਗੀ ਆ। ਠੀਕ ਦੂਸਰੀ ਤਰਫ ਅਗਰ ਕੋਈ EMPLOYEE ਟਾਈਮ ਤੇ ਆਫਿਸ ਨਹੀਂ ਆ ਰਿਹਾ, ਕੁਛ ਗੜਬੜ ਕਰ ਰਿਹਾ ਜਾਂ ਰਿਸਪੌਂਸਿਬਿਲਿਟੀ ਨਾਲ ਕੰਮ ਨਹੀਂ ਕਰ ਰਿਹਾ, ਉਹਦਾ ਜਿਹੜਾ ਡਿਵੋਸ਼ਨ ਹੋ ਰਿਹਾ, ਤਾਂ ਉਹ ਜਿਹੜਾ ਹੈਗਾ ਉਹ ਵੀ ਅਪਰ ਡਿਪਾਰਟਮੈਂਟ ਨੂੰ ਟ੍ਰਾਂਸਫਰ ਕਰਨਾ ਪੈਂਦਾ ਕਿ ਇਸ ਪਰਸਨ ਦੀ ਇਹ ਪ੍ਰੋਬਲਮ ਆ। ਫਿਰ ਹੁੰਦਾ ਕਿ HR ਦਾ ਇੱਕ ਹੋਰ ਕੰਮ ਹੁੰਦਾ ਕਿ ਰਿਕਰੂਟਮੈਂਟ ਪ੍ਰੋਸੈਸ ਕਰਨਾ। ਜਿਵੇਂ ਸਪੋਜ਼ ਇੱਕ HR ਨੂੰ ਪਤਾ ਹੈ ਕਿ ਇਸ ਮੰਥ ਜਾਂ ਕਿਸੇ ਮੈਨੇਜਰ ਲੈਵਲ ਦੇ ਨੂੰ ਪਤਾ ਕਿ ਇਸ ਮੰਥ ਸਾਨੂੰ ਇੱਕ ਟ੍ਰਾਂਸਫਰ ਦੇ ਲਈ ਪਰਸਨ ਚਾਹੀਦਾ ਆ ਜਾਂ ਕੋਈ ਮਤਲਬ ਡਰਾਈਵਰ ਚਾਹੀਦਾ ਹੈ, ਪਰਸਨ ਕੋਈ ਸਪੋਜ਼ ਕੋਈ ਮੈਨੂਫੈਕਚਰਿੰਗ ਕੰਪਨੀ ਉਹਦੇ ਵਿੱਚ ਸੇਲਸਮੈਨ ਕਿੰਨੇ ਚਾਹੀਦੇ ਆ, ਸਾਨੂੰ ਪ੍ਰੋਡਕਸ਼ਨ ਲਈ ਕਿੰਨੇ ਪਰਸਨ ਚਾਹੀਦੇ ਆ, ਉਹ ਜਿਹੜੀ ਹੈਗੀ ਆਪਣਾ ਜਿਹੜਾ ਹੈਗਾ ਰਿਕੁਆਇਰਮੈਂਟ ਉਹ HR ਨੂੰ ਦਿੰਦਾ। ਫਿਰ ਉਹ ਪ੍ਰੋਫਾਈਲ ਦੇਖਦਾ, ਉਹਦੇ ਕੋਲ ਕੁਝ ਵੀ ਹੁੰਦਾ ਜੋ ਪਰਸਨ ਕਿਵੇਂ ਦਾ ਉਹਨੂੰ ਮਤਲਬ ਕਿ ਉਹਦੇ ਵਿੱਚ ਸ਼ੂਟ ਕਰੂਗਾ, ਤਾਂ ਉਹ ਸਭ ਚੀਜ਼ਾਂ ਦਾ ਡੇਟਾ ਵੀ ਜਿਹੜਾ ਹੈਗਾ ਉਹ ਕਲੈਕਟ ਕਰਦਾ। ਫਿਰ ਡੇਟਾ ਕਲੈਕਟ ਕਰਨ ਤੋਂ ਬਾਅਦ ਉਹਦੇ ਕੋਲ ਕੁਝ ਰਿਸੋਰਸਿਸ ਹੁੰਦੇ ਆ
ਜਿਨ੍ਹਾਂ ਪਰ ਜਿੱਥੋਂ ਪਰਸਨਸ ਨੂੰ ਹਾਇਰ ਕਰਦਾ, ਜਿਵੇਂ ਕਿ ਕੁਝ ਜੌਬ ਪੋਰਟਲਸ ਹੋ ਗਏ ਜਾਂ ਕੁਝ ਕਾਲਜ ਦਾ ਕੁਝ ਜਿਵੇਂ ਪਲੇਸਮੈਂਟ ਕੰਪਨੀਆਂ ਜਾਂਦੀਆਂ ਕਾਲਜਸ ਵਿੱਚ ਯੂਨੀਵਰਸਿਟੀਜ਼ ਦੇ ਵਿੱਚ, ਉੱਥੋਂ ਉਹ ਹਾਇਰ ਕਰ ਸਕਦਾ। ਉਹਦੀ ਆਪਣੀ ਆਊਟਲੁੱਕ ਹੈ ਕਿ ਉਹ ਕਿੱਥੋਂ ਵੀ ਮਤਲਬ ਕਿ ਪਰਸਨਸ ਨੂੰ ਜਾਂ EMPLOYEES ਨੂੰ ਜਿਹੜਾ ਹੈਗਾ ਅਰੇਂਜ ਕਰਦਾ। ਕਿਉਂਕਿ ਦੇਖੋ ਅਗਰ ਉਹ ਐਡਵਰਟਾਈਜ਼ਮੈਂਟ ਕਰਦੇ ਹੋ ਕੰਪਨੀ ਨਿਊਜ਼ ਦੇ ਥਰੂ, ਨਿਊਜ਼ਪੇਪਰ ਦੇ ਜਾਂ ਨਿਊਜ਼ ਚੈਨਲ ਦੇ ਜਾਂ ਕਿਸੇ ਮਤਲਬ ਕਿ ਸੋਸ਼ਲ ਦੇ ਵਰਕਰ, ਤਾਂ ਉਹਦੇ ਵਿੱਚ ਹੁੰਦਾ ਕਿ ਉਹਨਾਂ ਨੂੰ ਉਹਦੇ ਵਿੱਚ ਇੱਕ ਕਾਸਟ ਪੇ ਕਰਨੀ ਪੈਂਦੀ ਆ। ਤਾਂ ਜਿਹੜਾ HR ਹੁੰਦਾ ਆ ਉਹ ਇਸ ਚੀਜ਼ ਨੂੰ ਰਿਮੂਵ ਕਰ ਸਕਦਾ, ਕਿਉਂਕਿ ਉਹਨੂੰ ਪਤਾ ਹੈ ਕਿ ਉਹ ਕਿੱਥੋਂ ਆਪਣਾ ਜੌਬ ਪੋਰਟਲ ਜਾਂ ਕਿੱਥੋਂ ਜਿਹੜਾ ਹੈਗਾ ਉਹ ਪਰਸਨ ਨੂੰ ਆਪਣਾ ਹਾਇਰ ਕਰ ਸਕਦਾ। ਠੀਕ ਹੈ ਜੀ। ਫਿਰ ਹੁੰਦਾ HR ਦਾ ਕੰਮ ਕਿ ਜਿੰਨੇ ਵੀ ਉਹਨਾਂ ਦੇ EMPLOYEES ਹੁੰਦੇ ਆ, ਉਹਨਾਂ ਦੀ ਫੀਲਡ ਦੇ ਵਿੱਚ ਹੀ ਟ੍ਰੇਨਿੰਗ ਦੇਣਾ, ਉਹਨਾਂ ਨੂੰ ਅਪਡੇਟ ਕਰਨਾ, ਹੋਰ ਐਜੂਕੇਟ ਕਰਨਾ। ਇਸ ਤੋਂ ਇਲਾਵਾ HR ਦਾ ਕੰਮ ਹੁੰਦਾ ਕਿ ਕੰਪਨੀ ਦਾ ਇਨਵਾਇਰਨਮੈਂਟ ਜਿਹੜਾ ਹੈਗਾ ਹੋਪਫੁਲ ਬਣਾ ਕੇ ਰੱਖਣਾ। ਬਹੁਤ ਸਾਰੇ EMPLOYEES ਦੀ ਜਿਵੇਂ ਕਿ ਆਪਸ ਵਿੱਚ ਕੁਝ ਬਣਦੀ ਨਹੀਂ ਹੁੰਦੀ, ਕੁਝ ਡਿਸਪਿਊਟਸ ਹੁੰਦੇ ਆ, ਤਾਂ ਉਹਨੂੰ ਸੋਲਵ ਕਰਨਾ HR ਮੈਨੇਜਰ ਦਾ ਹੀ ਕੰਮ ਹੁੰਦਾ। ਫਿਰ ਚਾਹੇ ਉਹ ਡਿਸਪਿਊਟਸ ਚਾਹੇ ਡਿਪਾਰਟਮੈਂਟ ਦੇ ਲੈਵਲ ਦੇ ਹੋਣ, ਮਤਲਬ ਇੱਕ ਡਿਪਾਰਟਮੈਂਟ ਦੇ ਦੂਸਰੇ ਡਿਪਾਰਟਮੈਂਟ ਦੇ ਹੋਣ, ਜਾਂ ਕੋਈ ਇਹ ਹੁੰਦਾ ਕਿ ਕੁਝ ਪ੍ਰੋਬਲਮ ਆ ਜੇ ਹਾਇਰ ਅਥਾਰਟੀ ਨਾਲ, ਕੁਝ ਉਹਨਾਂ ਨੂੰ ਇਨਸੈਂਟਿਵਸ ਦੇ ਵਿੱਚ ਪ੍ਰੋਬਲਮ ਆ ਜੇ, ਜਾਂ ਮਤਲਬ ਕਿ ਕੁਝ ਹੁੰਦਾ ਕਿ ਪਰਸਨਸ ਸਟ੍ਰਾਈਕ ਕਰ ਦਿੰਦੇ ਆ, ਤਾਂ ਉਹਦੇ ਵਿੱਚ ਹੈਗਾ ਕਿ ਨੀਅਰ ਫਿਊਚਰ ਦੇ ਵਿੱਚ ਉਹਨੂੰ ਮਤਲਬ ਕਿ ਸਾਰਾ ਕੁਝ ਉਹਨੂੰ ਦੇਖਣਾ ਪੈਂਦਾ ਕਿ ਅਗਰ ਇਹ ਚੀਜ਼ ਨਾ ਹੋਈ ਤਾਂ ਇਹ ਚੀਜ਼ ਮਤਲਬ ਕਿ EMPLOYEES ਜਿਹੜੇ ਹੈਗੇ ਸਟ੍ਰਾਈਕ ਕਰ ਸਕਦੇ ਆ। So HRM bears the responsibility of converting the employees of or hired individuals into strategic business partners. ਜੀ ਹਿਊਮਨ ਰਿਸੋਰਸ ਮੈਨੇਜਮੈਂਟ ਦੇ ਖੇਤਰ ਵਿੱਚ ਸਟੂਡੈਂਟਸ ਦਾ ਕੀ ਫਿਊਚਰ ਹੈ? ਜੀ ਸਟੂਡੈਂਟਸ ਦਾ ਇਸ ਟਾਈਮ ਦੇ ਵਿੱਚ ਮਤਲਬ ਕਿ HR ਦੇ ਵਿੱਚ ਸਕੋਪ ਹੈ। ਇਸ ਟਾਈਮ ਇੱਕ ਟਾਈਮ ਸੀਗਾ ਜਦੋਂ ਨਾ ਲੋਕਾਂ ਨੂੰ HR ਦਾ ਮਤਲਬ ਨਹੀਂ ਪਤਾ ਹੁੰਦਾ ਸੀਗਾ। ਕੰਪਨੀਜ਼ HR ਤਾਂ ਹਾਇਰ ਕਰ ਲੈਂਦੀਆਂ ਸੀ, ਉਹਦੀ ਪੋਸਟ ਵੀ ਕੱਢਦੇ ਸੀਗੇ, ਬਟ HR ਤੋਂ ਆਫਿਸ ਐਗਜ਼ੀਕਿਊਟਿਵ ਦਾ ਕੰਮ, ਆਫਿਸ ਐਡਮਿਨ, ਜਿਹੜਾ ਆਪਰੇਟਰਸ ਦਾ ਕੰਮ, ਜਿਹੜੇ ਇਦਾਂ ਦੇ ਸਾਰੇ ਕੰਮ ਉਹ ਤੋਂ ਕਰਵਾ ਲਏ ਜਾਂਦੇ ਸੀਗੇ। ਔਰ HR ਪਰਸਨ ਨੂੰ ਵੀ ਜਿਹੜਾ ਹੈਗਾ ਆਪਣੀ ਜੌਬ ਸਿਕਿਉਰ ਕਰਨ ਲਈ ਇਹ ਸਭ ਕੁਝ ਕਰਨਾ ਪੈਂਦਾ ਸੀਗਾ। ਬਟ ਹੁਣ ਟਾਈਮ ਚੇਂਜ ਹੁੰਦਾ ਜਾ ਰਿਹਾ, ਕੰਪਨੀਜ਼ HR ਦੇ ਪ੍ਰਤੀ ਜਿਹੜੀ ਹੈਗੇ ਆ ਅਵੇਅਰ ਹੁੰਦੀਆਂ ਜਾ ਰਹੀਆਂ। HR ਦਾ ਰੋਲ ਹੁੰਦਾ ਕਿ ਰਿਸਪੌਂਸਿਬਿਲਿਟੀਜ਼ ਪਤਾ ਲੱਗੇ ਉਹਨਾਂ ਨੂੰ। ਜਿਵੇਂ ਹੁਣ ਆਪਾਂ ਵੱਡੀਆਂ ਕੰਪਨੀਆਂ ਦੀ ਗੱਲ ਕਰ ਲਈਏ, ਟਾਟਾ, ਵਿਪਰੋ, ਐਪਲ, ਸਮਸੰਗ, ਇਹਨਾਂ ਦੇ ਵਿੱਚ ਕੰਪਨੀਆਂ ਪੂਰੀ ਟੀਮ, ਇਹ ਟੀਮ ਜਿਹੜੀ ਹੈਗੀ ਆ ਹਰ ਦਿਨ ਨਵੇਂ ਕੁਝ ਡਾਇਰੈਕਟਰ ਜਿਹੜੇ ਹੈਗੇ ਇੰਟਰਵਿਊ ਰੈਗੂਲਰ ਕਰਦੀ ਰਹਿੰਦੀ ਆ, ਅੱਛੇ ਲੋਕਾਂ ਨੂੰ ਮਤਲਬ ਹਾਇਰ ਕਰਦੀ ਰਹਿੰਦੀ ਆ, ਤਾਂ ਜੋ ਕੰਪਨੀ ਦਾ ਗਰੋ ਜਿਹੜਾ ਹੈਗਾ ਟਾਈਮ ਟੂ ਟਾਈਮ ਹੁੰਦਾ ਰਹੇ। ਇਹਨਾਂ ਨੂੰ ਦੇਖ ਕੇ ਹੁਣ ਛੋਟੀਆਂ ਕੰਪਨੀਆਂ ਵੀ ਜਿਹੜੀਆਂ ਹੈਗੀਆਂ HR ਨੂੰ ਰਿਕਰੂਟ ਕਰਨ ਲੱਗੀਆਂ ਹੈਗੀਆਂ। ਅਗਰ ਤੁਸੀਂ HR ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਸ ਟਾਈਮ ਇੱਕ ਜ਼ਬਰਦਸਤ ਸਕੋਪ ਹੈਗਾ। ਇਸ ਟਾਈਮ ਅਗਰ ਤੁਸੀਂ, ਬਟ ਇੱਕ ਕੰਡੀਸ਼ਨ ਇਹ ਹੈ ਕਿ ਅਗਰ ਤੁਸੀਂ ਮਿਹਨਤੀ ਹੋ ਤਾਂ ਜੁਆਇਨ ਕਰਨਾ। ਇਹ ਨਾ ਸੋਚਣਾ ਕਿ ਮੇਰੇ ਕੋਲ ਇਹ ਵੀ ਨਾ ਸੋਚੋ ਕਿ ਮੇਰੇ ਕੋਲ ਇਹ ਜਿਹੜੀ ਹੈਗੀ ਆ ਜੌਬ, ਇਹ ਇੱਕ ਸਿਟਿੰਗ ਜੌਬ ਹੈ ਤੇ ਬਸ ਮੈਂ ਆਫਿਸ ਦੇ ਵਿੱਚ ਜਾਣਾ ਤੇ ਸਿਟਿੰਗ ਕਰਨੀ, ਤੇ ਮਤਲਬ ਦੀ ਤਰ੍ਹਾਂ ਇੱਧਰ ਉੱਧਰ ਨਹੀਂ ਜਾਣਾ ਪੈਣਾ। ਬਹੁਤ ਅੱਛੀ ਪੋਸਟ ਤੇ ਆ ਤੇ ਮੈਂ ਵੀ ਇਹੀ ਕਰ ਲੈਣੀ। ਇਹ ਬੱਚਾ ਤਾਂ ਬਹੁਤ ਚੀਜ਼ ਹੁੰਦਾ ਕਿ ਜਿਹੜੇ ਮੇਰੇ ਫਰੈਂਡ ਨੇ ਕੀਤਾ ਉਹੀ ਮੈਂ ਕਰਨਾ। ਅਗਰ ਤੁਹਾਡੇ ਅੰਦਰ ਸਕਿੱਲ ਡਿਵੈਲਪ ਕਰਨ ਦੀ ਕੈਪੈਸਿਟੀ ਹੈਗੀ ਆ ਤਾਂ ਤੁਸੀਂ ਇਸ ਚੀਜ਼ ਨੂੰ ਕਰਨਾ, ਕਿਉਂਕਿ ਤੁਹਾਨੂੰ ਜੌਬ ਮਿਲ ਗਈ ਬਟ ਉਸ ਤੋਂ ਬਾਅਦ ਤੁਹਾਨੂੰ ਉਹਦੇ ਵਿੱਚ ਸਟੇਬਲ ਵੀ ਰਹਿਣਾ ਪੈਣਾ, ਤੇ ਸਟੇਬਲ ਰਹਿਣ ਦੇ ਲਈ ਤੁਹਾਨੂੰ ਜਿਹੜਾ ਹੈਗਾ ਸਕਿੱਲਸ ਦਾ ਹੋਣਾ ਬਹੁਤ ਜ਼ਰੂਰੀ ਆ। ਸਕਿੱਲਸ ਹੁੰਦੇ ਆ ਜਿਵੇਂ ਕਿ ਸੇਲਸ ਐਂਡ ਮਾਰਕੀਟਿੰਗ ਦੀ ਨੌਲੇਜ ਵੀ ਹੋਵੇ। ਅਗਰ ਸਪੋਜ਼ ਤੁਸੀਂ ਪਰਸਨ ਨੂੰ ਸਪੋਜ਼ ਇੱਕ ਪ੍ਰੋਡਕਟ ਹੀ ਆਪਣਾ ਸੇਲ ਕਰਨਾ ਆ, ਮਤਲਬ ਉਹਦੇ ਲਈ ਵੀ ਉਹਨੂੰ ਕਨਵਿੰਸ ਕਰਨ ਦੇ ਲਈ ਵੀ ਬਹੁਤ ਸਾਰੇ ਆਪਾਂ ਨੂੰ ਸਕਿੱਲਸ ਦਾ ਪਤਾ ਹੋਣਾ ਚਾਹੀਦਾ ਕਿ ਉਹਦੀ ਰਿਕੁਆਇਰਮੈਂਟ ਆਪਾਂ ਨੂੰ ਜਾਂਚਣੀ ਪੈਂਦੀ ਹੈ ਕਿ ਕੀ ਉਸ ਚੀਜ਼ ਦੀ ਰਿਕੁਆਇਰਮੈਂਟ ਪਰਸਨ ਦੀ ਹੈਗੀ ਆ, ਕਿਸ ਤਰ੍ਹਾਂ ਉਸ ਚੀਜ਼ ਨੂੰ ਆਪਾਂ ਰਿਮੂਵ ਕਰ ਸਕਦੇ, ਕੀ ਇਹ ਕਹਿਣਾ ਚਾਹੁੰਦਾ। ਤਾਂ ਮਤਲਬ ਇੱਕ ਛੋਟੇ ਜਿਹੇ ਪਰਸਨ ਨੂੰ ਵੀ ਅਗਰ ਆਪਾਂ ਦੇਖੀਏ ਤਾਂ ਉਹਦੇ ਵਿੱਚ ਵੀ ਕੁਝ ਸਕਿੱਲ ਹੋਣੀ ਚਾਹੀਦੀ। HR ਤਾਂ ਹੈਗਾ ਕਿ ਉਹਨੇ ਬਹੁਤ ਸਾਰੀ ਕੰਪਨੀ ਨੂੰ ਸੰਭਾਲਣਾ, ਉਹਦੇ ਮਤਲਬ ਉਹਦੇ ਲੈਵਲ ਦੇ ਪਰਸਨਸ ਨੂੰ ਹਾਇਰ ਕਰਨਾ, ਤਾਂ ਉਹਦੀ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੁੰਦੀ ਆ। ਤਾਂ ਜਿਹੜੀ ਹੈਗੀ ਆ ਰਿਕੁਆਇਰਡ ਪ੍ਰੋਬਲਮ ਨੂੰ ਜਿਹੜਾ ਹੈਗਾ ਸੋਲਵ ਕਰਨਾ। ਤਾਂ ਜਿਹੜਾ ਹੈਗਾ ਮਤਲਬ ਕਿ ਇਹਦੇ ਵਿੱਚ ਇਹੀ ਹੁੰਦਾ ਕਿ ਜਿਹੜਾ ਤੁਸੀਂ ਲੀਡਰਸ਼ਿਪ ਔਰ ਮੈਨੇਜਮੈਂਟ ਦਾ ਕੰਮ ਵੀ ਤੁਹਾਨੂੰ ਇਹਦੇ ਵਿੱਚ ਕਰਨਾ ਹੋਣਾ ਚਾਹੀਦਾ। ਕਿ ਪ੍ਰੋਗਰਾਮ ਮਤਲਬ ਕਿ ਇਹਦੇ ਵਿੱਚ ਕੋਈ ਕੋਰਸ ਅਟੈਂਡ ਕਰ ਲਓ ਜਾਂ ਕੁਝ ਵੀ ਹੈਗਾ, ਮਤਲਬ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਸਪਿਊਟ ਵੀ ਹੈਗਾ ਉਹਨੂੰ ਤੁਸੀਂ ਹੈਂਡਲ ਕਰ ਸਕੋ। ਜੀ ਤੇ ਇਹਦੇ ਵਿੱਚ ਕੋਈ ਸਪੈਸ਼ਲ ਕੋਰਸ ਵੀ ਹੁੰਦੇ ਨੇ? ਹਾਂਜੀ, ਜਿਹੜਾ HR ਹੁੰਦਾ ਨਾ, ਇਹ ਮੇਨਲੀ ਹੁਣ ਦੇਖੀਏ ਤਾਂ ਦੋ ਪਾਰਟਸ ਦੇ ਵਿੱਚ ਡਿਵਾਈਡ ਵੀ ਹੋਇਆ, ਜਰਨਲਿਸਟ ਔਰ ਸਪੈਸ਼ਲਿਸਟ ਦੇ ਵਿੱਚ। ਜਰਨਲਿਸਟ ਦੇ ਵਿੱਚ ਹੁੰਦਾ ਕਿ
ਰੋਲਸ ਐਂਡ ਰਿਸਪੌਂਸਿਬਿਲਿਟੀ ਜਿਹੜੀ ਹੈਗੀਆਂ ਟ੍ਰਾਂਜੈਕਸ਼ਨ ਹੁੰਦੀਆਂ ਨੇ, ਮੀਨਸ EMPLOYEES ਨੂੰ ਸਪੋਰਟ ਕਰਨਾ ਹੁੰਦਾ ਹੈ। ਮਤਲਬ ਤੁਸੀਂ ਇੱਕ ਬ੍ਰਿਜ ਦੀ ਤਰ੍ਹਾਂ ਕੰਮ ਕਰ ਸਕਦੇ ਹੋ ਇਨ ਬਿਟਵੀਨ ਦਾ EMPLOYEES ਐਂਡ ਦਾ ਟੌਪ ਮੈਨੇਜਮੈਂਟ। ਸੋ ਉਹਨੂੰ ਸਪੋਰਟ ਕਰਨਾ ਹੁੰਦਾ, ਮੀਨਸ ਤੁਸੀਂ ਉਹਦੀ ਜੌਬ ਦੇ ਰਿਲੇਟਡ, ਔਨ ਬੋਰਡ ਦੇ ਰਿਲੇਟਡ, ਸੈਲਰੀਜ਼ ਦੇ ਰਿਲੇਟਡ ਜਿਹੜਾ ਹੈਗਾ ਉਹਨੂੰ ਆਪਾਂ ਗਰੋ ਕਰਨਾ, ਜਾਂ ਉਹਨੂੰ ਕੁਝ ਦੱਸਣਾ, ਜਾਂ ਉਹਦਾ ਆਪਾਂ ਉਹਨੂੰ ਆਪਾਂ ਉਹਦਾ ਹੋਪਫੁਲੀ ਕਰਨਾ ਨਾ। ਮਤਲਬ ਕਿ ਹੁਣ ਇਸ ਟਾਈਮ ਤੇ ਹੈਗਾ ਜਿਹੜਾ ਹਰ ਇੱਕ ਆਰਗੇਨਾਈਜੇਸ਼ਨ ਜਿਹਦੇ ਵਿੱਚ ਕਿ 150 ਦੇ ਅਬਾਊਟ ਜਿਹੜੇ EMPLOYEES ਕੰਮ ਕਰ ਰਹੇ ਆ, ਤਾਂ ਉਹ ਜਿਹੜਾ ਹੈਗਾ ਇੱਕ ਉਹਦੇ ਵਿੱਚ ਇੱਕ ਹਰ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਇੱਕ ਜਰਨਲਿਸਟ HR ਨੂੰ ਜਿਹੜਾ ਹਾਇਰ ਕਰਨਾ ਬਹੁਤ ਜ਼ਰੂਰੀ ਆ। ਇੱਕ ਹੁੰਦਾ HR ਸਪੈਸ਼ਲਿਸਟ, ਉਹ ਜਨਰਲ ਐਕਟੀਵਿਟੀਜ਼ ਨਹੀਂ ਕਰਦੇ ਜਿਹੜੀਆਂ ਆਪਾਂ ਹੁਣੇ ਡਿਸਕਸ ਕੀਤੀਆਂ। ਉਹਦੇ ਵਿੱਚ ਹੁੰਦਾ ਕਿ ਸਪੈਸ਼ਲ ਤਰ੍ਹਾਂ ਦੇ ਸਕਿੱਲਸ ਹੋਣੇ ਚਾਹੀਦੇ ਆ। HR ਸਪੈਸ਼ਲਿਸਟ ਦੇ ਤੌਰ ਤੇ ਹੁੰਦਾ ਕਿ ਟੈਲੈਂਟ ਐਕੁਜੀਸ਼ਨ ਦੇ ਤੌਰ ਤੇ ਕੰਮ ਕਰਦਾ ਹੋਵੇ ਉਹ। ਐਜ਼ ਅ ਰਿਕਰੂਟਰ ਤੁਹਾਨੂੰ ਮਤਲਬ ਕਿ ਪ੍ਰੋਟੋਕੋਲਸ ਇਦਾਂ ਦੇ ਪਤਾ ਹੋਣੇ ਚਾਹੀਦੇ ਆ ਕਿ ਤੁਹਾਨੂੰ ਬਹੁਤ ਅੱਛਾ ਕੰਮ ਕਰਨਾ ਆਉਣਾ ਚਾਹੀਦਾ, ਤੁਹਾਨੂੰ ਆਨਲਾਈਨ ਆਫਲਾਈਨ ਦੋਨੋਂ ਤਰ੍ਹਾਂ ਦਾ ਕੰਮ ਕਰਨਾ ਪੈਣਾ। ਕਿਉਂਕਿ ਜੇ ਤੁਸੀਂ ਅਗਰ ਤੁਸੀਂ ਹਾਇਰ ਕਰ ਰਹੇ ਹੋ, ਤੁਸੀਂ ਹੋ ਸਕਦਾ ਕੁਝ ਪਲੇਸਮੈਂਟ ਕੰਸਲਟੈਂਸੀਜ਼ ਇਦਾਂ ਦੀਆਂ ਹੁੰਦੀਆਂ ਕਿ ਤੁਹਾਨੂੰ ਆਨਲਾਈਨ ਜੌਬ ਪੋਰਟਲਸ ਤੇ ਵਰਕ ਕਰਨਾ ਪਵੇ। ਉਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਇੰਟਰਨਲ ਤੇ ਐਕਸਟਰਨਲ ਸੋਰਸਿਸ ਤੇ ਵੀ ਕੰਮ ਕਰਨਾ ਪੈਂਦਾ ਤੁਹਾਨੂੰ। ਸੋ ਬੈਸਟ ਟੈਲੈਂਟ ਤੁਸੀਂ ਉਹਦੇ ਵਿੱਚ ਹਾਇਰ ਕਰਨਾ ਹੁੰਦਾ। ਤੇ ਸਭ ਤੋਂ ਵੱਡਾ ਸਪੈਸ਼ਲਿਸਟ ਦੇ ਵਿੱਚ ਇਹ ਹੁੰਦਾ ਕਿ ਉਹਦੇ ਵਿੱਚ ਇੱਕ ਟਾਰਗੇਟ ਬੇਸਡ ਜੌਬ ਹੁੰਦੀ ਹੈ ਕਿ ਤੁਸੀਂ ਜਿੰਨੀਆਂ ਨੰਬਰ ਆਫ ਵੈਕੈਂਸੀਜ਼ ਤੁਹਾਨੂੰ ਦਿੱਤੀਆਂ ਉਹ ਤੁਹਾਨੂੰ ਫਿਲ ਕਰਨੀਆਂ ਹੀ ਪੈਂਦੀਆਂ। ਸੋ ਜਿਹੜਾ ਸਪੈਸ਼ਲ ਤੇ ਜਰਨਲਿਸਟ ਦੇ ਵਿੱਚ ਇੱਕ ਬਹੁਤ ਵੱਡਾ ਫਰਕ ਹੁੰਦਾ। ਸਪੈਸ਼ਲ ਦੇ ਲਈ ਤੁਹਾਨੂੰ ਬਹੁਤ ਸਾਰੇ ਸਕਿੱਲਸ ਐਕਸਟਰਾ ਹੋਰ ਵੀ ਸਿੱਖਣੇ ਪੈਂਦੇ ਆ। ਸੋ ਸੈਕੰਡ ਸਪੈਸ਼ਲਾਈਜੇਸ਼ਨ ਚ ਹੁੰਦਾ ਕਿ ਲਰਨਿੰਗ ਐਂਡ ਡਿਵੈਲਪਮੈਂਟ ਦੇ ਕੋਰਸਿਸ ਦੇ ਲਈ ਆਰਗੇਨਾਈਜੇਸ਼ਨ ਨੂੰ ਐਕਸਟਰਨਲ ਤੌਰ ਤੇ ਅਗਰ ਕੋਈ ਟ੍ਰੇਨਰ ਹਾਇਰ ਕਰਨਾ ਪਵੇ ਤਾਂ ਉਹ ਵੀ ਜਿਹੜਾ ਹੈਗਾ ਤੁਹਾਨੂੰ EMPLOYEE ਜਿਹੜਾ ਹੈਗਾ ਉਹਦੇ ਵਿੱਚ ਵੀ ਤੁਸੀਂ ਉਹਨਾਂ ਕਰਨ ਲਈ ਜਿਹੜੀ ਹੈਗਾ ਸਪੈਸ਼ਲ ਪ੍ਰੋਗਰਾਮਸ ਵੀ ਤੁਹਾਨੂੰ ਕਹਿ ਸਕਦੇ ਆ। ਕਿਸੇ EMPLOYEES ਨੂੰ ਜਿਹੜਾ ਲੌਂਗ ਟਰਮ ਦੇ ਲਈ ਹਾਇਰ ਕਰਨਾ ਚਾਹੁੰਦੇ ਆ ਤਾਂ ਉਹਦੇ ਲਈ ਸਪੈਸ਼ਲ ਇੰਟਰਵੈਂਸ਼ਨਸ ਜਿਹੜੀ ਆਰਗੇਨਾਈਜ਼ ਤੁਹਾਨੂੰ ਕਰਨੇ ਪੈ ਸਕਦੇ ਆ ਟੂ ਮੇਨਟੇਨ ਦਾ ਮੋਰਲ ਆਫ ਦਾ ਆਰਗੇਨਾਈਜੇਸ਼ਨ। ਇਹਦੇ ਵਿੱਚ ਕਾਫੀ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਜਿਵੇਂ ਕਿ ਲਾਈਕ ਤੁਸੀਂ EMPLOYEES ਨੂੰ ਟਾਈਮ ਟੂ ਟਾਈਮ ਲਾਈਕ ਰਿਵਾਰਡਸ ਅਵਾਰਡਸ ਦਾ ਜਿਹੜਾ ਧਿਆਨ ਰੱਖਣਾ, ਹਾਊ ਟੂ ਸੋਸ਼ਲਾਈਜੇਸ਼ਨ EMPLOYEE ਸੈਟੀਸਫੈਕਸ਼ਨ ਵੀ ਆਪਾਂ ਨੂੰ ਕਰਵਾਉਣਾ ਪੈਣਾ। EMPLOYEE ਜਿਹੜਾ ਹੈਗਾ ਆਊਟਰ ਏਰੀਆ ਤੇ ਕੁਝ ਅਗਰ ਅਚੀਵਮੈਂਟ ਕਰ ਰਿਹਾ ਤਾਂ ਉਹਨੂੰ ਵੀ ਅਦਰ ਰਿਵਾਰਡ ਵੀ ਹੈਗਾ ਜਿਹੜਾ ਉਹਦੇ ਵਿੱਚ ਮਤਲਬ ਕਿ ਉਹਨੂੰ ਕਰਨਾ। ਫਿਰ ਹੁੰਦਾ ਕਿ EMPLOYEE ਇੰਗੇਜਮੈਂਟ ਦਾ ਜਿਹੜਾ ਕੰਮ ਵੀ ਇਹਦੇ ਵਿੱਚ ਆ ਜਾਂਦਾ ਜਿਹੜਾ ਹੈਗਾ ਇਹ। ਤਾਂ EMPLOYEE ਇੰਗੇਜਮੈਂਟ ਦੇ ਵਿੱਚ ਹੈਗਾ ਕਿ ਜਿਹੜਾ ਆਪਾਂ ਕਿਹਾ ਕਿ ਹੁਣੇ ਮੋਰਲ ਦੇ ਜਿਹੜੀ ਹੈਗਾ ਆਰਗੇਨਾਈਜੇਸ਼ਨ ਦੇ ਵਿੱਚ EMPLOYEES ਨੂੰ ਇੰਨਾ ਕਿ ਜ਼ਿਆਦਾ ਬੂਸਟ ਅਪ ਕਰਨਾ ਪੈਂਦਾ ਕਿ ਉਹਦੀ ਜਿੰਨੀਆਂ ਵੀ ਉਹਦੇ ਵਿੱਚ ਹੋਰ ਐਕਟੀਵਿਟੀਜ਼ ਹੈਗੀਆਂ ਉਸ ਤੋਂ ਇਲਾਵਾ ਵੀ ਉਹਨੂੰ ਜਿਹੜਾ ਹੈਗਾ ਤਾਂ ਕਿ ਉਸ ਰਿਵਾਰਡ ਦੇ ਲੈਵਲ ਤੱਕ ਪਹੁੰਚ ਸਕੇ ਜਿੱਥੋਂ ਤੱਕ ਕਿ ਉਹਦੇ ਵਿੱਚ ਆਪਣੀ ਸਕਿੱਲ ਹੈਗੀ ਉਸ ਚੀਜ਼ ਨੂੰ ਪਛਾਣ ਸਕੇ। ਫਿਰ ਹੁੰਦਾ ਇੱਕ ਕੋਰਸ ਹੁੰਦਾ HR ਦੇ ਵਿੱਚ ਹੀ PMS, ਪਰਫਾਰਮੈਂਸ ਮੈਨੇਜਮੈਂਟ ਸਿਸਟਮ। ਇਹ ਅੱਜ ਕੱਲ੍ਹ ਆਰਗੇਨਾਈਜੇਸ਼ਨ 'ਚ ਸਪੈਸ਼ਲ ਹੋ ਰਹੇ ਆ ਜੋ EMPLOYEES ਦੇ ਕੀ ਰਿਜ਼ਲਟ ਏਰੀਆਜ਼ ਜਿਹੜੇ ਹੁੰਦੇ ਨਾ ਉਹਨੂੰ ਡਿਫਾਈਨ ਕਰਨ 'ਚ ਹੈਲਪ ਕਰਦੇ ਆ। ਮਤਲਬ ਕਿ ਇਸ ਚੀਜ਼ ਸਪੈਸ਼ਲ ਹੋ ਰਹੀ ਆ। ਉਹਨਾਂ ਕੋਲ ਸਪੈਸ਼ਲ ਕੁਝ ਸਕਿੱਲਸ ਹੁੰਦੀਆਂ ਕੀ ਪੁਆਇੰਟਸ ਚੈੱਕ ਕਰਨ ਦੀਆਂ, ਔਰ ਉਹਨਾਂ ਨੂੰ ਮੇਬੀ ਕੀ ਪੁਆਇੰਟਸ ਹੁਣ ਚੈੱਕ ਹੁੰਦੇ ਆ ਕਿ ਮੇਬੀ 1 ਈਅਰ ਮੇਬੀ ਹਾਫ ਈਅਰਲੀ ਉਹਨਾਂ ਦੀ ਜਿਹੜੀ ਪਰਫਾਰਮੈਂਸ ਨੂੰ ਜਿਹੜਾ ਹੈਗਾ ਔਰ ਉਹਨਾਂ ਨੂੰ ਮਤਲਬ ਕਿ ਇਵੈਲੂਏਟ ਕਰਨ ਦਾ ਇੱਕ ਮਤਲਬ ਸੀਕੁਐਂਸ ਹੁੰਦਾ ਆਰਗੇਨਾਈਜੇਸ਼ਨ ਨੂੰ ਇਨੇਬਲ ਕਰਕੇ ਔਰ ਉਹਨੂੰ ਉਹ ਤਾਂ ਕਿ ਉਹ ਆਪਣੇ EMPLOYEES ਦੇ ਹਰ ਲੈਵਲ ਤੇ ਉਸਨੂੰ ਚੈੱਕ ਕਰ ਸਕੇ, ਟਾਈਮ ਟੂ ਟਾਈਮ ਉਹਨੂੰ ਰੇਟਿੰਗ ਦੇ ਸਕੇ, ਕੁਝ ਇੰਪਲੀਮੈਂਟ ਕਰ ਸਕਦੇ, ਕੁਝ ਪ੍ਰਮੋਟ ਕਰ ਸਕੇ। ਸਾਰਾ ਪ੍ਰੋਸੈਸ ਜਿਹੜਾ ਹੈਗਾ ਇਹਦੇ ਅੰਡਰ ਹੀ ਹੁੰਦਾ। ਇਹਨੂੰ PMS ਡਿਪਾਰਟਮੈਂਟ ਵੀ ਕਹਿੰਦੇ ਆ। ਤੇ ਇੱਕ ਹੁੰਦਾ C&D ਪੇਰੋਲ ਡਿਪਾਰਟਮੈਂਟ। ਇਹਦੇ ਵਿੱਚ ਹੁੰਦਾ ਕਿ ਇੱਕ ਪੇਰੋਲ ਡਿਪਾਰਟਮੈਂਟ ਹੁੰਦਾ। ਆਪਾਂ ਦੇਖੀਏ ਕਿ ਪੇਰੋਲ ਮੰਥਲੀ ਦੇਖਣਾ ਹੁੰਦਾ। ਮੰਥਲੀ ਦੇ ਵਿੱਚ ਹੁਣ ਕੀ ਆਪਾਂ ਉਹਦੇ ਵਿੱਚ ਇੱਕ ਪਰਸਨ ਆਪਣੇ ਕੋਲ EMPLOYEE ਕੰਮ ਕਰ ਰਿਹਾ ਹੁਣ ਉਹ 30 ਡੇਜ਼ ਹੁੰਦੇ ਆ ਮੰਥ ਦੇ ਵਿੱਚ, ਕਿੰਨੇ ਦਿਨ ਉਹ ਕੰਮ ਕਰ ਰਿਹਾ ਆਫਟਰ ਮਤਲਬ ਕਿ ਲੀਵਸ ਐਂਡ ਅਟੈਂਡੈਂਸ ਨੂੰ ਤਿਆਰ ਕਰਕੇ ਜਿਹੜਾ ਹੈਗਾ ਸਟੈਚੂਟਰੀ ਕੰਪਲਾਈਂਸਸ ਜਿਹੜੇ ਹੁੰਦੇ ਆ। ਫਿਰ ਉਹਨੂੰ ਆਪਾਂ PF ਵਗੈਰਾ ਵੀ ਉਹਦਾ ਦੇਖਣਾ। ਮਤਲਬ ਕਿ C&B ਦਾ ਮੀਨਿੰਗ ਹੁੰਦਾ ਕਿ ਕੰਪਨਸੇਸ਼ਨ ਐਂਡ ਬੈਨੀਫਿਟ ਪੇਰੋਲ। EMPLOYEES ਦਾ ਮਤਲਬ ਕਿ ਡਿਫਰੈਂਟ ਲੈਵਲ ਤੇ ਇੱਕ ਸਟਰਕਚਰ ਤਿਆਰ ਕਰਨਾ। ਕਿਸੇ EMPLOYEE ਨੂੰ ਕੀ ਕੰਪਨਸੇਸ਼ਨ ਮਿਲਣੀ ਚਾਹੀਦੀ ਆ ਇਹ ਡਿਫਾਈਨ ਕਰਨਾ। ਕਾਫੀ ਸਾਰੀਆਂ ਆਰਗੇਨਾਈਜੇਸ਼ਨ ਆਪਣੇ EMPLOYEES ਨੂੰ ਕਾਫੀ ਸਾਰੇ ਬੈਨੀਫਿਟ ਦਿੰਦੇ ਆ। ਮੇਬੀ ਉਹਨਾਂ ਨੂੰ ਕੋਈ ਇੰਸ਼ੋਰੈਂਸ ਪਾਲਿਸੀ ਦੇ ਦਿੰਦੇ ਆ, ਮੇਬੀ ਕੋਈ ਐਕਸੀਡੈਂਟਲ ਇੰਸ਼ੋਰੈਂਸ ਪਾਲਿਸੀ ਹੁੰਦੀ ਆ, ਕੁਝ ਹੈਲਥ ਇੰਸ਼ੋਰੈਂਸ ਪਾਲਿਸੀ ਹੁੰਦੀ ਆ, ਕੁਝ ਇਨਸੈਂਟਿਵਸ ਹੁੰਦੇ ਆ। ਸੋ ਅਕੋਰਡਿੰਗ ਟੂ ਉਹਦੇ ਵਰਕ ਕਰਨਾ। ਇਹਨੂੰ C&B ਪੇਰੋਲ ਜਿਹੜਾ ਹੈਗਾ ਟੀਮ ਡਰਾਈਵ ਕਰਦੀ ਆ। ਸੋ ਦੂਸਰੀ ਇਹਦੇ ਵਿੱਚ ਇਹ ਵੀ ਹੁੰਦਾ ਕਿ ਦੂਸਰੀਆਂ ਕੰਪਨੀਆਂ ਜਿਹੜੀ ਆਪਾਂ ਸੈਲਰੀ ਜਿਹੜਾ ਹੈਗਾ ਜਿਹੜਾ ਸਟਰਕਚਰ ਉਹ ਵੀ ਆਪਾਂ ਨੂੰ ਚੈੱਕ ਕਰਨਾ ਪੈਂਦਾ। ਫਿਰ ਉਹਨਾਂ ਦਾ ਅਨਾਲਿਸਿਸ ਕਰਕੇ ਆਪਣੇ ਜਿਹੜੇ ਹੈਗੇ ਆ EMPLOYEES ਦੀ ਮਿਹਨਤ ਦੇ ਅਕੋਰਡਿੰਗ ਉਹਨਾਂ ਦਾ ਇੱਕ ਸਟਰਕਚਰ ਤਿਆਰ ਕਰਨਾ। ਇੱਕ ਹੁੰਦਾ ਆਰਗੇਨਾਈਜੇਸ਼ਨ ਡਿਵੈਲਪਮੈਂਟ।
ਜਿਹੜਾ ਇਹ ਹੁੰਦਾ ਨਾ ਆਰਗੇਨਾਈਜੇਸ਼ਨ ਡਿਵੈਲਪਮੈਂਟ, ਇਹਦੇ ਵਿੱਚ ਹੁੰਦਾ ਇਹ ਬਹੁਤ ਇੰਪੋਰਟੈਂਟ ਰੋਲ ਹੈ। ਜਿਹੜਾ ਆਰਗੇਨਾਈਜੇਸ਼ਨ ਡਿਵੈਲਪਮੈਂਟ ਹੈ ਨਾ, ਇਹ ਇੱਕ ਬਹੁਤ ਵੱਡਾ ਸਪੈਸ਼ਲ ਸਬਜੈਕਟ ਵੀ ਹੈਗਾ। ਇਹਦੇ ਇੱਕ ਡਿਫਰੈਂਟ ਜਿਹੜਾ ਆਪਾਂ ਇੱਥੇ ਪਰ ਥੋੜਾ ਜਿਹਾ ਹੀ ਦੱਸਦੇ ਹਾਂ ਕਿ ਰਾਈਟ ਫॉर द रीडिफाइनिंग एंड रीडेवलपिंग ऑफ द ऑर्गेनाइजेशन पॉलिसी। अच्छा काम करना डिफरेंट टूल्स है। एक हैगा कि प्लांट एचआर। ਹੁਣ ਜਿਹੜਾ ਇਹ ਪਲਾਂਟ ਐਚਆਰ ਹੈ ਨਾ, ਇਹ ਇੱਕ ਤਾਂ ਹੋ ਗਿਆ ਜਿਹੜਾ ਆਪਾਂ ਬਾਕੀ ਆਰਗੇਨਾਈਜੇਸ਼ਨ ਚ ਵੀ ਸੇਮ ਕੰਮ ਜਿਹੜਾ ਆਪਾਂ ਹੁਣੇ ਆਪਾਂ ਡਿਸਕਸ ਕੀਤਾ। ਜਿਹੜਾ ਪਲਾਂਟ ਐਚਆਰ ਹੈ ਨਾ, ਇਹ ਸਿਰਫ ਉਹਨਾਂ ਕੰਪਨੀਆਂ ਵਿੱਚ ਕੰਮ ਕਰਦਾ ਜਿੱਥੇ ਕਿ ਇੱਕ ਮੈਨੂਫੈਕਚਰਿੰਗ ਕੰਪਨੀ ਹੋਵੇ, ਕੋਈ ਯੂਨਿਟਸ ਬਣਾਉਂਦੇ ਹੋਣ, ਕੁਝ ਪ੍ਰੋਡਕਟਸ ਤਿਆਰ ਕਰਦੇ ਹੋਣ। ਇੱਕ ਪਲਾਂਟ ਐਚਆਰ ਦੇ ਹੋਣ ਦੀ ਵੀ ਬਹੁਤ ਜ਼ਰੂਰਤ ਹੁੰਦੀ ਆ। ਇਸ ਤਰ੍ਹਾਂ EMPLOYEES ਹਾਇਰ ਕਰਨੇ ਹੁੰਦੇ ਕਿ ਜਿਹੜਾ ਮੈਨੂਫੈਕਚਰਿੰਗ ਦਾ ਕੰਮ ਕਰ ਸਕਣ, ਜਿਵੇਂ ਕਿ ਲੇਬਰਸ ਦਾ। ਫਿਰ ਉਹਨੂੰ ਜਿਹੜਾ ਲੇਬਰਸ ਦਾ ਕੰਮ ਕਰਵਾਉਣਾ ਤਾਂ ਉਹਨੂੰ ਲੇਬਰ ਲਾਅ ਦਾ ਪਤਾ ਹੋਣਾ ਚਾਹੀਦਾ, ਆਰਗੇਨਾਈਜੇਸ਼ਨ ਦੇ ਲਾਅਸ ਦਾ ਤੇ ਐਕਟਸ ਦਾ ਪਤਾ ਹੋਣਾ ਚਾਹੀਦਾ। ਇਹ ਵੀ ਇੱਕ ਬਹੁਤ ਵੱਡਾ ਅਲੱਗ ਸਬਜੈਕਟ ਹੈਗਾ। ਸੋ ਇਹ ਜਿਹੜੀਆਂ ਡਿਫਰੈਂਟ ਆਪਾਂ ਦੱਸੀਆਂ ਕਿ EMPLOYEE ਇੰਗੇਜਮੈਂਟਸ ਜਾਂ PMS ਜਾਂ CNB ਪੇਰੋਲ, ਆਰਗੇਨਾਈਜੇਸ਼ਨ ਡਿਵੈਲਪਮੈਂਟ ਐਂਡ ਪਲਾਂਟ ਐਚਆਰ, ਇਹ ਜਿਹੜਾ ਹੈਗਾ ਡਿਫਰੈਂਟ ਕੋਰਸਿਸ ਹੈਗੇ ਜਿਹੜੇ ਕਿ HR ਦੇ ਅੰਡਰ ਸਟੂਡੈਂਟਸ ਕਰ ਸਕਦੇ ਜੀ। ਤੇ ਜੇ ਕਿਸੇ ਨੇ एम्प्लॉय ਜਾਂ ਹਾਇਰ ਕਰਨਾ ਹੋਵੇ ਜਾਂ ਰਿਕਰੂਟ ਕਰਨਾ ਹੋਵੇ ਮੈਨ ਪਾਵਰ ਨੂੰ ਕਿਸੇ EMPLOYEE ਨੇ, ਤਾਂ ਕਿਵੇਂ ਹਾਇਰ ਕਰੇ ਜੀ? ਦੇਖੋ HR ਦਾ ਮੇਨ ਕੰਮ ਹੀ ਹੁੰਦਾ ਕਿ EMPLOYEE ਨੂੰ ਹਾਇਰ ਕਰਨਾ, ਮੇਨ ਜਿਹੜਾ ਉਹਦਾ ਟਾਸਕ ਹੈਗਾ। ਮਤਲਬ ਕਿ ਹਾਊ ਟੂ ਹਾਇਰ ਐਂਡ ਰਿਕਰੂਟ ਰਾਈਟ ਮੈਨ ਪਾਵਰ ਨਾ। ਤਾਂ ਇਹਦੇ ਲਈ ਹੁੰਦਾ ਕਿ ਉਹਦੀ ਅੱਛੀ ਪ੍ਰੈਪਰੇਸ਼ਨ ਹੋਣਾ ਚਾਹੀਦਾ, ਇੱਕ ਅੱਛਾ ਪਲਾਨ ਹੋਣਾ ਚਾਹੀਦਾ, ਉਹਦਾ ਇੱਕ ਅੱਛਾ ਪ੍ਰੋਸੈਸ ਹੋਣਾ ਚਾਹੀਦਾ, ਉਹਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ। ਅਗਰ ਗਲਤ ਪਰਸਨ ਹਾਇਰ ਕਰ ਲਿਆ ਤਾਂ ਦੇਖੋ, ਜੇ ਤੁਸੀਂ ਇਹ ਸੋਚ ਕੇ ਹਾਇਰ ਕਰ ਲਓ ਕਿ ਇਹ ਪਰਸਨ ਸਾਨੂੰ ਇਹਨੂੰ ਨੌਲੇਜ ਘੱਟ ਆ, ਜਿਹਦੀ ਐਜੂਕੇਸ਼ਨ ਘੱਟ ਆ, ਚਲੋ ਆਪਾਂ ਇਹਨੂੰ ਹਾਇਰ ਕਰ ਲੈਂਦੇ ਹਾਂ, ਇਹ ਆਪਾਂ ਨੂੰ ਸਸਤਾ ਪਊਗਾ, ਉਹ ਉਲਟਾ ਤੁਹਾਨੂੰ ਹੋਰ ਜ਼ਿਆਦਾ ਮਹਿੰਗਾ ਪੈਂਦਾ, ਕਿਉਂਕਿ ਉਹ ਤੁਹਾਡਾ ਕੁਛ ਨਾ ਕੁਛ ਉਹਦੇ ਵਿੱਚ ਨੁਕਸਾਨ ਵੀ ਹੁੰਦਾ ਆ। ਸੋ ਇਹਦੇ ਵਿੱਚ ਹੁੰਦਾ ਕਿ ਪ੍ਰਪੇਅਰ, ਪਲਾਨ ਐਂਡ ਪ੍ਰੋਸੈਸ ਦਾ ਹੋਣਾ ਬਹੁਤ ਜ਼ਰੂਰੀ ਆ। ਅਗਰ ਤੁਸੀਂ ਜਲਦੀ ਚ ਹਾਇਰ ਕਰ ਲਿਆ, ਉਹ ਆਏਗਾ, ਜੌਬ ਕਰੇਗਾ, ਠੀਕ ਹੈ ਜੀ, ਤੁਹਾਡੇ ਤੋਂ ਕਾਫੀ ਕੁਝ ਸਿੱਖ ਸਕਦਾ ਹੈ ਤੇ ਤੁਹਾਡਾ ਹੀ ਕੰਪੀਟੀਟਰ ਬਣ ਸਕਦਾ, ਜਾਂ ਹੋ ਸਕਦਾ ਤੁਹਾਡੇ ਕਿਸੇ ਕੰਪੀਟੀਟਰ ਨੂੰ ਜੁਆਇਨ ਕਰ ਲੇ। ਸੋ ਤੁਹਾਡੀ ਆਰਗੇਨਾਈਜੇਸ਼ਨ ਇੱਕ ਜਿਹੜੀ ਹੈਗੀ ਟ੍ਰੇਨਿੰਗ ਸੈਂਟਰ ਬਣ ਕੇ ਰਹਿ ਜੂਗੀ। ਇਸ ਲਈ ਸਭ ਤੋਂ ਵੱਡਾ ਹੈਗਾ ਜਿਹੜਾ ਕਲੈਕਟ ਕਰੋ ਇੱਕ ਜੌਬ ਇਨਫੋਰਮੇਸ਼ਨ, ਉਹਦਾ ਜੌਬ ਟਾਈਟਲ ਕੀ ਹੈ, ਉਹਦਾ ਅਗਰ ਉਹਦਾ ਕੰਮ ਹੈਗਾ ਤਾਂ ਕੰਮ ਕਿਸ ਲੈਵਲ ਦਾ ਹੋਊਗਾ, ਉਹਦਾ ਪੇ ਗ੍ਰੇਡ ਕੀ ਰਹੂਗਾ, ਕਿਸ ਪਰਸਨ ਨੂੰ ਤੁਸੀਂ ਰਿਪੋਰਟ ਉਹ ਜਿਹੜਾ ਹੈਗਾ ਰਿਪੋਰਟ ਕਰੇਗਾ, ਅਗਰ ਉਹ ਮੈਨੇਜਰ ਨੂੰ ਕਰੇਗਾ ਜਾਂ CEO ਨੂੰ ਕਰੇਗਾ, ਜਾਂ ਉਹ ਕਿਸੇ ਕਲੈਰੀਕਲ ਲੈਵਲ ਦੇ ਜਿਹੜੇ ਸੁਪਰੀਡੈਂਟ ਹੁੰਦੇ ਆ ਉਹਨਾਂ ਨੂੰ ਕਰੇਗਾ। ਮਤਲਬ ਕਿ ਸਾਰਾ ਕੁਝ ਉਹਦਾ ਪਤਾ ਹੋਣਾ ਚਾਹੀਦਾ ਕਿ ਕਿਸ ਪਰਸਨ ਦੇ ਅੰਡਰ ਉਹਨੇ ਕੰਮ ਕਰਨਾ। ਫਿਰ ਉਹਦੀ ਜੌਬ ਸ਼ਿਫਟਿੰਗ ਟਾਈਮਿੰਗ ਪਤਾ ਹੋਣੀ ਚਾਹੀਦੀ ਹੈ ਕਿ ਕਿੰਨੇ ਆਵਰਸ ਉਹਨੇ ਕੰਮ ਕਰਨਾ, ਕਿਸ ਡਿਪਾਰਟਮੈਂਟ ਦੇ ਅੰਡਰ ਉਹਨੇ ਕੰਮ ਕਰਨਾ। ਇਹਦੇ ਨਾਲ ਜਿਹੜਾ ਹੈਗਾ ਪਰਸਨ, ਜਿਹੜਾ EMPLOYEE, ਉਹ ਵੀ ਥੋੜਾ ਜਿਹਾ ਬਾਉਂਡ ਹੋ ਜਾਊਗਾ। ਦੈਨ ਜੌਬ ਸਮਰੀ ਵੀ ਬਣਾਓ ਕਿ ਜੋ ਪਰਸਨ ਤੁਹਾਡੇ ਕੋਲੇ ਐਜ਼ ਅ EMPLOYEE ਆ ਰਿਹਾ ਹੈ ਤਾਂ ਉਹਦਾ ਕੰਮ ਕੀ ਹੈ, ਮਤਲਬ ਜੌਬ ਪਰਪਸ ਉਹਦਾ ਕੀ ਹੈ, ਜੌਬ ਇੰਪੋਰਟੈਂਸ ਉਹਦੀ ਕੀ ਹੈ, ਜੌਬ ਵੈਲਿਊ ਕੀ ਹੈ, ਕਿਸ ਲੈਵਲ ਔਰ ਕਿਸ ਪਾਰਟਿਕੂਲਰ ਕੰਮ ਦੇ ਵਿੱਚ ਜਿਹੜਾ ਹੈਗਾ ਉਹਦੀ ਕੰਟਰੀਬਿਊਸ਼ਨ ਹੋਣੀ ਚਾਹੀਦੀ ਆ। ਇਹਦੇ ਨਾਲ EMPLOYEE 'ਚ ਵੀ ਇੱਕ ਕੌਨਫੀਡੈਂਸ ਆਉਂਦਾ ਕਿ ਅੱਛਾ, ਅਗਰ ਕੋਈ ਦੇਖੋ ਕੋਈ ਕਲੈਰੀਕਲ ਲੈਵਲ ਦਾ ਕੰਮ ਕਰ ਰਿਹਾ, ਉਹਨੂੰ ਇੱਕ ਸਪੈਸ਼ਲ ਆਪਾਂ ਕਹਿ ਦਈਏ ਕਿ ਤੂੰ ਮਤਲਬ ਕਿ ਆਫਿਸ ਦੇ ਵਿੱਚ ਆਪਾਂ ਦੇਖੀਏ ਕਿ ਤੂੰ ਸਿਰਫ ਜਿਹੜੇ ਹੈਗੇ ਆ ਪੇਮੈਂਟ ਕਰਨੀ ਹੈ ਜਾਂ ਪੇਮੈਂਟ ਸਿਰਫ ਰਿਸੀਵ ਕਰਨੀ ਹੈ, ਤਾਂ ਉਹਨੂੰ ਇਹ ਹੁੰਦਾ ਕਿ ਅੱਛਾ, ਮੈਂ ਇੰਨਾ ਇੰਪੋਰਟੈਂਟ ਕੰਮ ਕਰ ਰਿਹਾ, ਇੰਨਾ ਵੈਲਿਊਏਬਲ ਕੰਮ ਕਰ ਰਿਹਾ, ਉਹਨੂੰ ਉਸ ਬਾਰੇ ਪਤਾ ਹੋਣਾ ਚਾਹੀਦਾ। ਦੈਨ ਕੁਆਲੀਫਿਕੇਸ਼ਨ ਜਿਹੜੀ ਹੈਗੀ ਉਹ ਤਾਂ ਦੇਖੋ ਮਸਟ ਆ, ਉਹਦੀ ਐਜੂਕੇਸ਼ਨ, ਉਹਦਾ ਐਕਸਪੀਰੀਅੰਸ, ਸਕਿੱਲਸ, ਨੌਲੇਜ ਜਿਹੜੀ ਹੈਗੀ ਆ, ਵਰਕਿੰਗ ਕੰਡੀਸ਼ਨ, ਉਹਦਾ ਸਭ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ ਆ। ਜੌਬ ਦਾ ਸਟਾਰਟ ਟਾਈਮ, ਫਿਨਿਸ਼ ਟਾਈਮ, ਉਹ ਸਭ ਕੁਝ ਪਤਾ ਹੋਣਾ ਚਾਹੀਦਾ ਹੈ ਕਿ ਵਰਕਿੰਗ ਆਵਰਸ ਉਹਦੇ ਕਿੰਨੇ ਹੋਣਗੇ। ਪਲੱਸ ਉਹਦਾ ਲੰਚ ਔਰ ਬ੍ਰੇਕ ਟਾਈਮ ਜਿਹੜਾ ਹੈਗਾ, ਸੌਰੀ ਟੀ ਬ੍ਰੇਕ ਜਿਹੜਾ ਟਾਈਮ ਹੈਗਾ, ਉਹ ਵੀ ਪਤਾ ਹੋਣਾ ਚਾਹੀਦਾ ਹੈਗਾ। ਤੇ ਅਗਰ ਉਹ ਕਿਤੇ ਦੂਰੋਂ ਆ ਰਿਹਾ, ਕਿਸੇ ਹੋਰ ਮਤਲਬ ਉਹਦਾ ਡਿਸਟੈਂਸ ਹੈਗਾ ਜਿਹੜਾ ਉਹਦੇ ਘਰ ਤੋਂ, ਜਿਹੜਾ ਟਰੈਵਲਿੰਗ ਆਵਰਸ ਤੱਕ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਤਾਂ ਕਿ ਉਹ ਜੌਬ ਰਿਸਪੌਂਸਿਬਿਲਿਟੀ ਜਿੰਨੀ ਤੁਸੀਂ ਉਹਦੇ ਪ੍ਰਤੀ ਦਿਖਾਓਗੇ, ਉਨੀ ਜੌਬ ਰਿਸਪੌਂਸਿਬਿਲਿਟੀ ਉਹ ਆਪਣੀ ਜਿਹੜੀ ਹੈਗੇ ਤੁਹਾਡੇ ਆਰਗੇਨਾਈਜੇਸ਼ਨ ਦੇ ਪ੍ਰਤੀ ਉਹ ਦਿਖਾਊਗਾ। ਸੋ ਇਸ ਨਾਲ ਇਹ ਵੀ ਹੁੰਦਾ ਕਿ ਉਹਨੂੰ ਆਪਣਾ ਰੋਲ ਤੇ ਗੋਲ, ਵਰਕ ਦਾ ਜਿਹੜਾ ਗੋਲ ਹੈ ਉਹਨੂੰ ਪਤਾ ਲੱਗੇਗਾ। ਸੈਕਿੰਡ ਹੁੰਦਾ ਕਿ ਇੰਟਰਨਲ ਪ੍ਰਮੋਟ ਕਰਨਾ ਜਾਂ ਤੁਸੀਂ ਐਕਸਟਰਨਲ ਹਾਇਰਿੰਗ ਕਰਨੀ ਹੈ, ਮਤਲਬ ਇੰਟਰਨਲ ਪ੍ਰਮੋਸ਼ਨ ਔਰ ਐਕਸਟਰਨਲ ਹਾਇਰਿੰਗ। ਕਈ ਵਾਰੀ ਇਹ ਹੁੰਦਾ ਕਿ ਕਿਸੇ EMPLOYEE ਕੋਲੋਂ ਬਹੁਤ ਸਾਰਾ ਸਕਿੱਲ ਹੁੰਦਾ, ਅਗਰ ਕਿਸੇ ਹੋਰ ਡਿਪਾਰਟਮੈਂਟ 'ਚ ਕੰਮ ਕਰ ਰਿਹਾ, ਹੋ ਸਕਦਾ ਉੱਥੇ ਉਹ ਇੰਨਾ ਅੱਛਾ ਪਰਫਾਰਮ ਨਾ ਕਰ ਪਾ ਰਿਹਾ ਹੋਵੇ, ਬਟ ਉਹਦੇ ਸਕਿੱਲਸ ਬਹੁਤ ਅੱਛੇ ਹੋਣ, ਤਾਂ ਹੋ ਸਕਦਾ ਤੁਸੀਂ ਉਸਦੇ ਸਕਿੱਲਸ ਦੇ ਅਕੋਰਡਿੰਗ, ਉਹਦੀ ਨੌਲੇਜ ਦੇ ਅਕੋਰਡਿੰਗ, ਉਹਦੀ ਸਟੱਡੀ ਦੇ ਅਕੋਰਡਿੰਗ ਤੁਸੀਂ ਕਿਤੇ ਹੋਰ ਉਹਨੂੰ ਐਡਜਸਟ ਕਰੋ ਤਾਂ ਉੱਥੇ ਬਹੁਤ ਵਧੀਆ ਕਰ ਸਕਦਾ, ਉੱਥੇ ਛਾ ਸਕਦਾ। ਕਿਉਂਕਿ ਹੋ ਸਕਦਾ ਐਕਸਟਰਨਲ ਹਾਇਰਿੰਗ ਤੁਸੀਂ ਦੇਖੋ, ਐਕਸਟਰਨਲ ਹਾਇਰਿੰਗ ਤੁਸੀਂ ਕਰ ਸਕਦੇ ਹੋ, ਉਹਦੇ ਵਿੱਚ ਹੋ ਸਕਦਾ ਤੁਸੀਂ ਕਿ ਹੈਲੀਕਾਪਟਰ ਲੈਂਡਿੰਗ ਕਰਵਾ ਲਓ, ਤੁਸੀਂ ਕਿਸੇ ਹੋਰ ਪਰਸਨ ਨੂੰ ਰੱਖ ਲਓ, ਤੇ ਮਤਲਬ ਕਿ ਤੁਹਾਨੂੰ ਮਤਲਬ ਕਿ ਬੈਨੀਫਿਟ ਹੋਣ ਦੀ ਬਜਾਏ ਤੁਹਾਨੂੰ ਉਹਦਾ ਘਾਟਾ ਹੀ ਪਵੇ। ਸੋ ਇੰਟਰਨਲੀ ਪ੍ਰਮੋਸ਼ਨ ਮੈਨੂੰ ਲੱਗਦਾ ਕਿ ਜ਼ਿਆਦਾ ਬੈਨੀਫਿਟ ਦੇ ਸਕਦੀ ਆ। ਬਿਨਾਂ ਇੰਟਰਨਲ ਐਗਰੀਮੈਂਟ ਦੇ ਤੁਸੀਂ ਜਿਹੜਾ ਹੈਗਾ ਕਿਸੇ ਨੂੰ ਬਾਹਰੋਂ ਲੈ ਕੇ ਆਓਗੇ,
ਤਾਂ ਜਿਹੜਾ ਇੰਟਰਨਲ ਪਰਸਨ ਹੈਗਾ ਉਹ ਵੀ ਜਿਹੜਾ ਹੈਗਾ ਹਾਇਰ ਅਥਾਰਟੀ ਦਾ ਜਿਹੜਾ ਸਾਥ ਦੇਣਾ ਉਹ ਛੱਡਦਾ ਜਾਂਦਾ। ਅਦਰਵਾਈਜ਼ ਤੁਹਾਡੇ ਲੋਕਾਂ 'ਚ ਵਿਸ਼ਵਾਸ ਵੀ ਵਧੇਗਾ ਕਿ ਜਿਹੜਾ ਹੈਗਾ ਤੁਸੀਂ ਇੰਟਰਨਲੀ ਅਗਰ ਕਿਸੇ ਨੂੰ ਪ੍ਰਮੋਟ ਕਰਦੇ ਹੋ ਕਿ ਟੈਲੈਂਟ ਜਿਹੜੀ ਹੈਗੀ ਪ੍ਰੋਗਰੈਸ਼ਨ ਇੱਥੇ ਹੁੰਦੀ ਹੈ ਇਸ ਆਰਗੇਨਾਈਜੇਸ਼ਨ 'ਚ। ਅਗਰ ਮੈਂ ਇੱਥੇ ਅੱਛਾ ਕਰੂੰਗਾ ਤਾਂ ਅੱਗੇ ਲਈ ਵੀ ਮੇਰਾ ਜਿਹੜਾ ਹੈਗਾ ਉਹਦਾ ਧਿਆਨ ਦਿੱਤਾ ਜਾਊਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ EMPLOYEES ਦੇ ਵਿੱਚ ਆਉਣਗੀਆਂ, ਉਹ ਸੋਚੇਗਾ ਇਹਨਾਂ ਚੀਜ਼ਾਂ ਨੂੰ, ਕਿਉਂਕਿ ਜਿਸ ਪਰਸਨ ਨੇ ਲੀਡ ਕਰਨਾ ਹੈ ਅਗਰ ਉਹ ਇੰਟਰਨਲ ਹਾਇਰਿੰਗ ਕਰ ਰਿਹਾ ਤਾਂ ਉਹਦੀ ਗੱਲ ਜ਼ਰੂਰ ਧਿਆਨ ਨਾਲ ਸੁਣੂਗਾ, ਕਿਉਂਕਿ ਉਹਨੂੰ ਪਤਾ ਹੈ ਕਿ ਇਸ ਪਰਸਨ ਨੂੰ ਉਹ ਕੰਮ ਕਰਦੇ ਉਸਨੂੰ ਦੇਖਿਆ ਹੋਇਆ, ਉਸ ਚੀਜ਼ ਉਸ ਪਰਸਨ ਨੂੰ ਉਹਦੇ ਬਾਰੇ ਜ਼ਿਆਦਾ ਪਤਾ ਹੁੰਦਾ ਹੈ ਅਗਰ ਇੰਟਰਨਲ ਹਾਇਰਿੰਗ ਤੁਸੀਂ ਕਰਦੇ ਹੋ। ਐਕਸਟਰਨਲ ਹਾਇਰਿੰਗ ਤਾਂ ਦੇਖੋ ਜੌਬ ਪੋਰਟਲਸ ਬਹੁਤ ਨੇ, ਬਹੁਤ ਸਾਰੇ ਨੇ ਆਪਣੇ ਆਪਣੇ ਰਿਜ਼ਿਊਮੇ ਦਿੱਤੇ ਹੁੰਦੇ ਨੇ, ਬਟ ਉਹਨਾਂ ਨੂੰ ਉਸ ਚੀਜ਼ ਦੀ ਸਕਿੱਲਸ ਨਹੀਂ ਇੰਨੀ ਆਉਂਦੀ ਹੁੰਦੀ। ਠੀਕ ਹੈ ਜੀ। ਉਸ ਤੋਂ ਇਲਾਵਾ ਹੁੰਦਾ ਕਿ ਇੱਕ ਉਹਦਾ ਨਾ ਕਲਚਰ ਫਿਟ ਜ਼ਰੂਰ ਦੇਖ ਲੈਣਾ ਚਾਹੀਦਾ ਆ, ਉਹਦੇ ਤੇ ਵੀ ਧਿਆਨ ਦਿਓ। ਅਗਰ ਤੁਸੀਂ ਮਿਸਫਿਟ ਪਰਸਨ ਉੱਥੇ ਲੈ ਆਓਗੇ ਤਾਂ ਉਹ ਆਉਂਦਾ ਹੀ ਕਹਿਣ ਲੱਗ ਜਾਂਦਾ ਆਰਗੇਨਾਈਜੇਸ਼ਨ ਦੀ ਕਿ ਆ ਵੀ ਇੱਥੇ ਗਲਤ ਹੋ ਰਿਹਾ, ਇਹ ਵੀ ਗਲਤ ਹੋ ਰਿਹਾ। ਉਲਟਾ ਜਿਹੜੇ ਬਾਕੀ EMPLOYEES ਪਹਿਲਾਂ ਕੰਮ ਕਰ ਰਹੇ ਉਹਨਾਂ ਦਾ ਵੀ ਉਤਸ਼ਾਹ ਖਤਮ ਹੋ ਸਕਦਾ। ਸੋ ਸਿਚੁਏਸ਼ਨ ਬੇਸਡ ਜਦੋਂ ਤੁਸੀਂ ਇਹਦੇ ਇੰਟਰਵਿਊਜ਼ ਲੈਣੇ ਤਾਂ ਸਿਚੁਏਸ਼ਨ ਬੇਸਡ ਕੁਐਸਚਨਸ ਵੀ ਜਿਹੜੇ ਹੈਗੇ ਆ ਤੁਹਾਨੂੰ ਬਹੁਤ ਹੈਲਪਫੁਲ ਹੋ ਸਕਦੇ ਆ। ਲਾਈਕ ਉਹਨੂੰ ਪੁੱਛੋ ਤੁਸੀਂ ਕਿਵੇਂ ਦੇ ਵਰਕ ਕਲਚਰ 'ਚ ਕੰਮ ਕਰਨਾ ਪਸੰਦ ਕਰਦੇ ਹੋ, ਕਿਸ ਤਰ੍ਹਾਂ ਦਾ ਬੌਸ ਤੁਹਾਨੂੰ ਪਸੰਦ ਹੈ, ਕਿਸ ਤਰ੍ਹਾਂ ਦਾ এনवायरमेंट ਤੁਹਾਨੂੰ ਪਸੰਦ ਹੈ, ਤੇ ਉਹਦੇ ਅਕੋਰਡਿੰਗ ਤੁਹਾਡੀ ਇੱਕ ਡ੍ਰੀਮ ਜੌਬ ਕੀ ਹੁੰਦੀ ਹੈ। ਤੁਹਾਨੂੰ ਪਤਾ ਲੱਗ ਜਾਊਗਾ ਕਿ ਉਹ ਪਰਸਨ ਜਿਹੜਾ ਹੈਗਾ ਇੱਕ ਟੀਮ ਪਲੇਅਰ ਹੈ, ਇਕੱਲਾ ਬੈਠ ਕੇ ਸਿੰਗਲ ਦੇ ਵਿੱਚ ਆਪਣਾ ਕੰਮ ਕਰਨਾ ਮਤਲਬ ਕਿ ਜ਼ਿਆਦਾ ਵਧੀਆ ਸਮਝਦਾ। ਕਿਉਂਕਿ ਕਈ ਲੋਕ ਹੁੰਦੇ ਆ ਕਿ ਇਕੱਲੇ ਬੈਠ ਕੇ ਆਪਣਾ 9 ਤੋਂ 5 ਜੌਬ ਕਰਦੇ ਆ ਤੇ ਬਸ 15 ਮਿੰਟ ਪਹਿਲਾਂ ਸਭ ਕੁਝ ਪੈਕ। ਬਟ ਦੂਸਰਾ ਕਲਚਰ ਹੁੰਦਾ ਕਿ ਬਹੁਤ ਪਰਸਨ ਇੱਕ ਸਾਰਿਆਂ ਨਾਲ ਮਿਕਸਅਪ ਹੋ ਸਕਦਾ ਤੇ ਬਹੁਤ ਅੱਛਾ ਕੰਮ ਕਰਦਾ ਹੁੰਦਾ। ਦੋ ਤਰ੍ਹਾਂ ਦੇ ਕਲਚਰ ਹੁੰਦੇ ਕਿ ਇਕੱਲੇ ਰਹਿ ਕੇ ਕੰਮ ਕਰਨਾ ਤੇ ਸਿਰਫ ਜਿਹੜਾ ਆਰਗੇਨਾਈਜੇਸ਼ਨ ਦੇ ਟਾਈਮ ਨੂੰ ਪੂਰਾ ਕਰਨਾ। ਦੂਸਰਾ ਕਲਚਰ ਹੁੰਦਾ ਕਿ ਆਈ ਡੋਂਟ ਸਟਾਪ ਵੈਨ ਆਈ ਐਮ ਟਾਇਰਡ, ਆਈ ਡੋਂਟ ਸਟਾਪ ਇਨ ਦਾ ਟਾਈਮ ਗੈਟਸ ਓਵਰ। ਮਤਲਬ ਕਿ ਜਦੋਂ ਤੱਕ ਉਦੋਂ ਤੱਕ ਨਹੀਂ ਮੈਂ ਰੁਕੂੰਗਾ ਜਦੋਂ ਤੱਕ ਮੇਰਾ ਕੰਮ ਖਤਮ ਨਹੀਂ ਹੋਊਗਾ। ਆਈ ਗੈਟ ਸਟਾਪਡ ਵੈਨ ਆਈ ਐਮ ਡਨ। ਜਦੋਂ ਮੈਂ ਡਨ ਕਰ ਲਿਆ ਆਪਣਾ ਕੰਮ ਸਿਰਫ ਮੈਂ ਉਦੋਂ ਹੀ। ਤਾਂ ਇਹ ਤੁਸੀਂ ਦੇਖਣਾ ਕਿ ਕਿਸ ਪਰਸਨ ਦੇ ਵਿੱਚ ਉਸ ਤਰ੍ਹਾਂ ਦੀ ਕੈਪੇਬਿਲਿਟੀ ਹੈਗੀ ਹੈ, ਉਹਦੇ ਵਿੱਚ ਕੰਮ ਕਰਨ ਦਾ ਇੱਕ ਚਾਹ, ਇੱਕ ਸ਼ੌਂਕ ਹੈਗਾ। ਤੇ ਉਸ ਤੋਂ ਇਲਾਵਾ ਹੁੰਦਾ ਕਿ evaluate the potential performance skills and wills। ਮਤਲਬ ਕਿ ਤੁਸੀਂ ਦੇਖਣਾ ਕਿ ਪਰਫਾਰਮੈਂਸ ਦੇ ਵਿੱਚ ਦੇਖੋ ਆਪਾਂ ਤਿੰਨ ਚੀਜ਼ਾਂ ਦੀ ਚਾਰ ਚੀਜ਼ਾਂ ਦੀ ਗੱਲ ਕਰ ਰਹੇ ਹਾਂ, ਪੋਟੈਂਸ਼ੀਅਲ, ਪਰਫਾਰਮੈਂਸ, ਸਕਿੱਲਸ ਤੇ ਵਿਲਸ। ਪੋਟੈਂਸ਼ੀਅਲਸ ਮੀਨਸ ਉਹਦੀ ਅੱਗੇ ਵਧਣ ਦੀ ਮਤਲਬ ਉਹਦੇ ਵਿੱਚ ਕਿੰਨਾ ਗਰੋ ਕਰਨ ਦੀ ਉਹਦੇ ਵਿੱਚ ਸੰਭਾਵਨਾ ਹੈ, ਉਹਦੇ ਵਿੱਚ ਕਿੰਨੀ ਉਸ ਚੀਜ਼ ਨੂੰ ਉਹਦੇ ਵਿੱਚ ਪਿੱਛੇ ਕੀ ਰਿਜ਼ਲਟਸ ਅਗਰ ਕਿਸੇ ਹੋਰ ਆਰਗੇਨਾਈਜੇਸ਼ਨ ਤੋਂ ਆ ਰਿਹਾ ਤਾਂ ਉਹਦਾ ਰਿਜ਼ਲਟਸ ਕਿੰਨੇ ਹੋਣੇ, ਰਿਵਾਰਡ ਲਏ ਕਿੰਨੇ ਹੋਣੇ, ਇਸ ਤਰ੍ਹਾਂ ਕੁਝ। ਫਿਰ ਤੁਸੀਂ ਹੈਗਾ ਉਹਦੀ ਨੌਲੇਜ ਜਿਹੜੀ ਹੈਗੀ ਆ, ਸਕਿੱਲਸ ਦੇ ਥਰੂ ਜਿਹੜਾ ਹੈਗਾ ਆਪਾਂ ਦੇਖ ਸਕਦੇ ਹਾਂ। ਫਿਰ ਉਹਦੀ ਵਿਲ, ਇੱਛਾ ਸ਼ਕਤੀ। ਕਈ ਵਾਰੀ ਨਾ ਇਹ ਹੁੰਦਾ ਕਿ ਆਪਣੇ ਕੋਲ ਸਕਿੱਲ ਬਹੁਤ ਹੁੰਦੀ ਹੈ ਬਟ ਵਿਲ ਨਹੀਂ ਹੁੰਦੀ, ਤੇ ਕਈ ਵਾਰੀ ਵਿਲ ਬਹੁਤ ਹੁੰਦੀ ਹੈ ਤੇ ਆਪਾਂ ਸਕਿੱਲਸ ਨਹੀਂ ਹੁੰਦੇ, ਤੇ ਉਹ ਜਿਹੜੀ ਹੈਗੀ ਉਹ ਦੋਨੋਂ ਚੀਜ਼ਾਂ ਦਾ ਕੰਬੀਨੇਸ਼ਨ ਹੋਣਾ ਬਹੁਤ ਜ਼ਰੂਰੀ ਆ। ਹੁਣ ਇਹ ਚੈੱਕ ਕਰੋ ਕਿ ਉਹ ਕਿਤੇ ਜੌਬ ਹੋ, ਪਤਾ ਨਹੀਂਗਾ ਕਿ ਇੱਥੋਂ ਜੌਬ ਕੀਤੀ ਉੱਥੇ ਛੱਡ ਗਈ, ਬਸ ਇਦਾਂ ਦਾ ਕੁਝ ਵੀ ਨਾ ਕਰਦਾ ਹੋਵੇ, ਉਹ ਵੀ ਤੁਹਾਡੇ ਲਈ ਬਹੁਤ ਜਿਹੜਾ ਹੈਗਾ ਨੁਕਸਾਨ ਕਰ ਸਕਦਾ ਆ। ਫਿਰ ਇਹ ਵੀ ਹੋ ਸਕਦਾ ਹੈ ਕਿ ਇਹ ਵੀ ਨਾ ਦੇਖੋ ਕਿ ਬਹੁਤ ਲੰਬੇ ਟਾਈਮ ਤੇ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰ ਰਿਹਾ, ਟਿਕਿਆ ਹੋਇਆ। ਫਿਰ ਅਗਰ ਕੰਮ ਕਰ ਰਿਹਾ ਤਾਂ ਫਿਰ ਤੁਸੀਂ ਇਹ ਦੇਖੋ ਕਿ ਉਹਦਾ ਟੈਲੈਂਟ ਜਿਹੜਾ ਹੈਗਾ ਉੱਥੇ ਕਿੰਨਾ ਪ੍ਰੋਗਰੈਸ ਹੋਇਆ, ਕਿੰਨੀਆਂ ਉਹਦੀਆਂ ਉੱਥੇ ਮਤਲਬ ਕਿ ਉਹਨੇ ਉੱਥੇ ਉਹਦੀਆਂ ਪ੍ਰਮੋਸ਼ਨਸ ਹੋਈਆਂ। ਇਹ ਸਾਰਾ ਕੁਝ ਤੁਹਾਨੂੰ ਜਿਹੜਾ ਹੈਗਾ ਉਹਦਾ ਚੈੱਕ ਕਰਨਾ ਪੈਣਾ ਹੈ। ਫਿਰ ਜਿਹੜਾ ਹੈਗਾ ਇਹਦੇ ਵਿੱਚ ਸਕਿੱਲਸ ਹੁੰਦੇ ਆ। ਦੇਖੋ ਇੱਕ ਅਗਰ ਤੁਸੀਂ ਕਿਸੇ ਸਟੱਡੀ ਦੇ ਰਿਲੇਟਡ ਜਾਂ ਕਿਸੇ ਹੋਰ ਜਿੱਥੇ ਕਿ ਸੌਫਟ ਦੇ ਸਕਿੱਲਸ ਦੇ ਥਰੂ ਕੰਮ ਚੱਲਦਾ ਹੋਵੇ, ਉਹ ਇੱਕ ਅਲੱਗ ਆਰਗੇਨਾਈਜੇਸ਼ਨ ਹੁੰਦੀ ਹੈ। ਤੁਸੀਂ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਆ ਮਤਲਬ ਕਿ ਆਰਗੇਨਾਈਜੇਸ਼ਨ ਦੇ ਲਈ ਜਿਹੜਾ ਹੈਗਾ ਬੰਦਾ ਹਾਇਰ ਕਰ ਰਹੇ ਹੋ। ਦੋ ਤਰ੍ਹਾਂ ਦੇ ਹੁੰਦੇ ਆ ਕਿ ਜੌਬ ਸਕਿੱਲਸ, ਸੌਫਟ ਸਕਿੱਲਸ ਤੇ ਹਾਰਡ ਸਕਿੱਲਸ। ਜੌਬ ਸਕਿੱਲਸ ਦੇ ਵਿੱਚ ਸੌਫਟ ਸਕਿੱਲਸ ਦੇ ਵਿੱਚ ਹੁੰਦਾ ਕਿ ਫਲੈਕਸੀਬਿਲਿਟੀ, ਲੀਡਰਸ਼ਿਪ, ਪੇਸ਼ੈਂਸ, ਪ੍ਰੋਬਲਮ ਸੋਲਵਿੰਗ ਐਬਿਲਿਟੀ, ਡਿਸੀਜਨ ਮੇਕਿੰਗ, ਜਿਵੇਂ ਕਿ ਆਪਾਂ ਪਿੱਛੇ ਵੀ ਸਾਰਾ ਕੁਝ ਡਿਸਕਸ ਕੀਤਾ ਸੀਗਾ। ਵਰਕ ਐਥਿਕਸ, ਟਾਈਮ ਮੈਨੇਜਮੈਂਟ, ਲਿਸਨਿੰਗ ਸਕਿੱਲਸ ਤੇ ਪਬਲਿਕ ਸਪੀਕਿੰਗ, ਓਨੈਸਟ, ਇਹ ਸਾਰਾ ਕੁਝ ਹੁੰਦਾ ਸਕਿੱਲਸ, ਸੌਫਟ ਸਕਿੱਲਸ ਜਿਹੜੇ ਉਹਦੇ ਵਿੱਚ ਹੋਣੇ ਚਾਹੀਦੇ ਆ। ਹਾਰਡ ਸਕਿੱਲਸ ਦੇ ਵਿੱਚ ਇੱਕ ਡਿਫਰੈਂਟ ਚੀਜ਼ ਹੁੰਦੀ ਹੈ। ਦੇਖੋ ਇਹ ਜਿਹੜੇ ਸਕਿੱਲਸ ਹੈਗੇ ਇੱਕ ਬੈਂਕ ਦੇ ਵਿੱਚ ਵੀ ਹੋ ਸਕਦੇ ਆ ਜਾਂ ਕਿਸੇ ਚੀਜ਼ ਦੇ ਵਿੱਚ ਵੀ ਹੋ ਸਕਦੇ ਆ, ਮਤਲਬ ਕਿ ਜਿੱਥੇ ਆਪਾਂ ਕੰਪਿਊਟਰਾਈਜ਼ਡ ਕੰਮ ਕਰ ਸਕਦੇ, ਜੇ ਸਿਟਿੰਗ ਜੌਬ ਹੋਵੇ, ਕਹਿਣ ਦਾ ਮਤਲਬ। ਹਾਰਡ ਸਕਿੱਲ ਦੇ ਵਿੱਚ ਹੁੰਦਾ ਹੈ ਕਿ ਪਲੰਬਰ, ਡਰਾਈਵਰ, ਇਲੈਕਟ੍ਰੀਸ਼ੀਅਨ, ਸਰਵਿਸਿਜ਼, ਸਿਕਿਉਰਿਟੀਜ਼ ਜਾਂ ਕਾਰਪੈਂਟਰਸ। ਇਸ ਤੋਂ ਇਲਾਵਾ ਹੁੰਦਾ ਕਿ ਟੈਕਨੀਕਲ, IT ਜੌਬਸ, ਡਿਜੀਟਲ ਮਾਰਕੀਟਿੰਗ, ਇੰਜੀਨੀਅਰ, ਫੰਕਸ਼ਨਲ ਜਿਹੜੇ ਹੈਗੇ ਆ ਉਹ ਵਰਕ ਹੁੰਦੇ ਆ। ਤਾਂ ਤੁਸੀਂ ਦੇਖਣਾ ਕਿ ਕਿਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਦੇ ਲਈ ਤੁਸੀਂ ਕਿਸ ਤਰ੍ਹਾਂ ਦਾ ਪਰਸਨ ਜਿਹੜਾ ਹੈਗਾ ਉਹ ਹਾਇਰ ਕਰਨਾ। ਫਿਰ ਹੁੰਦਾ ਕਿ ਚੈੱਕ ਦਾ ਬੈਕਗਰਾਉਂਡ ਐਂਡ ਪਰਫਾਰਮੈਂਸ। ਇਹ ਜਿਹੜਾ ਹੈਗਾ ਨਾ ਬੈਕਗਰਾਉਂਡ ਵਾਲਾ ਟੌਪਿਕ ਹੈਗਾ, ਇਹ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਹੈਗਾ। ਇਹਦੇ ਵਿੱਚ ਆਰਗੇਨਾਈਜੇਸ਼ਨ ਡਿਵੈਲਪਮੈਂਟ ਤੇ ਆਰਗੇਨਾਈਜੇਸ਼ਨ ਬਿਹੇਵੀਅਰ ਜਿਹੜਾ ਹੈਗਾ, ਇਹ ਬਹੁਤ ਸਾਰੇ ਨਹੀਂ, ਅਲੱਗ-ਅਲੱਗ ਤੁਸੀਂ ਟੌਪਿਕ ਬਰੀਫ ਹੈਗੇ ਆ। ਚ ਦੱਸ ਇਹਦੇ ਦਿਓ, ਵਿੱਚ ਇੱਥੋਂ ਤੱਕ ਬਰੀਫ ਦੇਖਿਆ ਚ ਜਾਂਦਾ ਦੱਸ ਕਿ ਦਿਓ, ਜਿਹੜਾ ਹਾਂਜੀ ਬਰੀਫ ਚ ਦੱਸ ਦਿਓ। ਹਾਂਜੀ, ਇਹਦੇ ਵਿੱਚ ਇੱਥੋਂ ਤੱਕ ਦੇਖਿਆ ਜਾਂਦਾ ਜਿਹੜਾ ਹੈਗਾ ਕਿ ਇੱਕ ਪਰਸਨ ਜਿਹੜਾ ਤੁਸੀਂ ਹਾਇਰ ਕਰ ਰਹੇ ਹੋ ਨਾ, ਉਹਦਾ ਕਲਚਰ ਕੀ ਆ, ਉਹਦਾ ਮਤਲਬ ਕਿ
ਕਿਸ ਕਲਚਰ ਦਾ, ਉਹਦੀ ਮਤਲਬ ਡਰੈਸਿੰਗ ਸੈਂਸ ਕਿਵੇਂ ਦੀ ਹੈ, ਜਿਵੇਂ ਆਪਾਂ ਪੰਜਾਬੀ ਸੂਟ ਪਾਉਣੇ ਆ ਜਾਂ ਕਿਸੇ ਹੋਰ ਵਿੱਚ ਦੇਖੀ ਤਾਂ ਸਾੜੀ ਪਾਉਂਦੇ ਆ ਹਨਾ, ਜਾਂ ਉਹਦਾ ਧਰਮ ਕੀ ਆ, ਰਿਲੀਜਨ ਕੀ ਆ, ਬਹੁਤ ਜਿਹੜੀਆਂ ਡੀਪ ਜਿਹੜੀ ਚੀਜ਼ਾਂ ਹੈਗੀਆਂ ਨਾ ਉਹ ਵੀ ਦੇਖੀਆਂ ਜਾਂਦੀਆਂ। ਇੱਕ ਸੀਗਾ EMPLOYE ਕਿਸੇ ਆਰਗੇਨਾਈਜੇਸ਼ਨ 'ਚ ਕੰਮ ਕਰ ਰਿਹਾ ਸੀਗਾ ਤੇ ਕਾਫੀ ਹਾਇਰ ਪੋਸਟ ਤੇ ਸੀਗਾ, ਬਟ ਉਹ ਜਦੋਂ ਆਪਣੇ ਹਾਇਰ ਪੋਸਟ ਤੇ ਤਾਂ ਸੀਗਾ, ਬਟ ਜਿਹੜੇ ਉਹਦੇ ਨਿਚਲੇ ਲੈਵਲ ਦੇ ਸੀਗੇ ਨਾ ਇੱਕ ਦੋ ਪਰਸਨਸ, ਉਹਦੇ ਤੋਂ ਏਜ ਵਿੱਚ ਵੱਡੇ ਸੀਗੇ। ਤੇ ਉਹਦੇ ਵਿੱਚ ਹੋਇਆ ਇਹ ਕਿ ਜਿਹੜਾ ਉਹ ਪਰਸਨ ਸੀਗਾ ਨਾ, ਉਹਨਾਂ ਤੇ ਜਦੋਂ ਉਹ ਕੁਝ ਕੰਮ ਕਰਨ ਨੂੰ ਕਹਿੰਦੇ ਸੀਗੇ ਤਾਂ ਉਹਨੂੰ ਤੇ ਉਹ ਖਿੱਚਦਾ ਸੀਗਾ, ਜਿਹੜੇ ਉਹਦੇ ਆਪਣੇ ਨਾਲ ਦੇ ਪਰਸਨ ਸੀ ਉਹਨਾਂ ਨਾਲ ਉਹ ਬਹੁਤ ਅੱਛਾ ਬਿਹੇਵ ਕਰਦਾ ਸੀਗਾ। ਫਿਰ ਉਹਦੀ ਬੈਕਗ੍ਰਾਉਂਡ ਚੈੱਕ ਕੀਤੀ ਕਿ ਕਿਉਂ ਹੋ ਰਿਹਾ। ਉਹਦੇ ਨਾਲ ਹੋਇਆ ਇਹ ਕਿ ਜਿਹੜਾ ਉਹਦੇ ਫਾਦਰ ਮਦਰ ਦੀ ਡੈਥ ਨਾ ਜਿਹੜੀ ਬਹੁਤ ਛੋਟੇ ਹੁੰਦੇ ਦੀ ਹੋ ਗਈ ਸੀਗੀ, ਤੇ ਉਹਦਾ ਜਿਹੜਾ ਬ੍ਰਦਰ ਸੀਗਾ ਉਹ ਹੀ ਉਹਨੂੰ ਸੰਭਾਲਦਾ ਸੀਗਾ, ਉਹ ਉਹਦੇ ਵਿੱਚ ਏਜ ਵਿੱਚ ਬਹੁਤ ਵੱਡਾ ਸੀਗਾ, ਉਹਦੀ ਮੈਰਿਜ ਹੋਈ ਹੋਈ ਸੀਗੀ। ਤਾਂ ਉਹ ਜਿਹੜਾ ਹੈ ਉਹਦੀ ਮਤਲਬ ਘਰ ਦੇ ਵਿੱਚ ਇੰਨਾ ਉਹਦੀ ਹੈ ਨਹੀਂ ਸੀਗੀ, ਮਤਲਬ ਜਿਹੜੇ ਉਹਦੇ ਹਾਇਰ ਮਤਲਬ ਕਿ ਉਹਦੇ ਵੱਡੇ ਐਲਡਰ ਬ੍ਰਦਰ ਸੀਗੇ ਜਾਂ ਉਹਦੇ ਮਤਲਬ ਸੀਗੇ ਫੈਮਿਲੀ ਮੈਂਬਰਸ, ਉਹਨੂੰ ਬਹੁਤ ਝਿੜਕਦੇ ਘੂਰਦੇ ਜਿਹੇ ਰਹਿੰਦੇ ਸੀ। ਤਾਂ ਉਹ ਜਿਹੜੀ ਉਹਦੇ ਵਿੱਚ ਸੀਗੀ ਨਾ ਇੱਕ ਗੱਲ ਬਣੀ ਹੋਈ ਸੀ ਉਹਦੇ ਦਿਮਾਗ ਵਿੱਚ ਜਚੀ ਹੋਈ ਸੀ ਵੀ ਜਿਹੜੇ ਹਾਇਰ ਜਿਹੜੇ ਏਜਡ ਬੰਦੇ ਹੁੰਦੇ ਉਹ ਇਸ ਤਰ੍ਹਾਂ ਨਹੀਂ ਹੁੰਦੇ, ਮਤਲਬ ਕਿ ਇਹਨਾਂ ਦੇ ਵਿੱਚ ਤਾਂ ਇੰਨੇ ਸਕਿੱਲਸ ਨਹੀਂ ਹੁੰਦੇ। ਤਾਂ ਉਹ ਜਿਹੜੀ ਚੀਜ਼ਾਂ ਹੈਗੀਆਂ ਉਹ ਵੀ ਬਹੁਤ ਡੀਪਲੀ ਚੈੱਕ ਕਰਨੀਆਂ ਪੈਂਦੀਆਂ ਕਿ ਕਿਸ ਬੈਕਗ੍ਰਾਉਂਡ ਤੋਂ ਹੈਗਾ। ਠੀਕ ਹੈ ਜੀ। ਉਸ ਤੋਂ ਬਾਅਦ ਹੈਗਾ ਕਿ ਬੈਕਗ੍ਰਾਉਂਡ ਵੈਰੀਫਿਕੇਸ਼ਨ, ਕਈ ਵਾਰ ਇਹ ਵੀ ਦੇਖਣਾ ਪੈਣਾ ਕਿ ਜਿਵੇਂ ਆਪਾਂ ਚੈੱਕ ਦਾ ਬੈਕਗ੍ਰਾਉਂਡ ਰੈਫਰੈਂਸ ਦੇ ਵਿੱਚ ਮੇਨ ਜਿਹੜਾ ਹੈਗਾ ਕਿ ਉਹ ਕ੍ਰਿਮੀਨਲ ਹਿਸਟਰੀ ਤੋਂ ਤਾਂ ਨਹੀਂ ਹੈਗਾ ਕਿਤੇ, ਜਾਂ ਕਈ ਵਾਰੀ ਇਹ ਵੀ ਹੁੰਦਾ ਕਿ ਉਹਦੀ ਕ੍ਰੈਡੀਟਰ ਹਿਸਟਰੀ ਹੋਵੇ ਕਿ ਉਧਾਰ ਲੈ ਕੇ ਇੱਥੋਂ ਟਾਈਮ ਪਾਸ ਕਰ ਲਿਆ ਉੱਥੋਂ ਟਾਈਮ ਪਾਸ ਕਰ ਲਿਆ। ਜਿਹੜਾ ਐਵੇਂ ਦਾ ਪਰਸਨ ਹੁੰਦਾ ਉਹ ਹਮੇਸ਼ਾ ਸਟ੍ਰੈਸ ਦੇ ਵਿੱਚ ਰਹਿੰਦਾ ਤੇ ਅੱਛੀ ਪਰਫਾਰਮੈਂਸ ਨਹੀਂ ਦੇ ਪਾਉਂਦਾਗਾ। ਤੇ ਇਸ ਦਾ ਤੁਸੀਂ ਪਤਾ ਕਰ ਸਕਦੇ ਹੋ ਅਗਰ ਤੁਸੀਂ ਪਹਿਲਾਂ ਕਿਤੇ ਜੌਬ ਕਰ ਰਿਹਾ ਤਾਂ ਉਸ ਕੰਪਨੀ ਤੋਂ, ਅਗਰ ਤੁਸੀਂ ਉਹਨੂੰ ਫੋਨ ਕਰਕੇ ਪੁੱਛਦੇ ਹੋ ਕਿ ਇਸ ਤਰ੍ਹਾਂ ਦਾ ਪਰਸਨ ਸਾਡੇ ਕੋਲੇ ਆਇਆ ਹੈ, ਅਗਰ ਤੁਸੀਂ ਦੁਬਾਰਾ ਹਾਇਰ ਕਰਨਾ ਹੋਵੇ, ਅਗਰ ਉਹ ਕਹਿੰਦੇ ਆ ਕਿ ਹਾਂ ਬਹੁਤ ਅੱਛਾ ਪਰਸਨ ਹੈ ਹੋਣਾ ਜੇ ਤਾਂ ਅਸੀਂ ਹੁਣੇ ਹਾਇਰ ਕਰ ਲਈਏ, ਫਿਰ ਤਾਂ ਹੈ ਬਹੁਤ ਅੱਛਾ ਤੁਸੀਂ ਉਹਨੂੰ ਹਾਇਰ ਕਰ ਲਓ। ਅਗਰ ਕਹੋ ਨਹੀਂ ਨਹੀਂ ਹੋਣਾ ਆ ਗਿਆ ਤਾਂ ਹੁਣ ਨਹੀਂ ਅਸੀਂ ਰੱਖਣਾ, ਇੱਥੇ ਬੜੀ ਗੜਬੜ ਕਰਕੇ ਗਿਆ, ਤਾਂ ਮਤਲਬ ਉਸ ਪਰਸਨ ਤੁਸੀਂ ਹਾਇਰ ਨਾ ਕਰੋ। ਅਗਰ ਹੈਗਾ ਤੁਸੀਂ ਪਰਸਨ ਹਾਇਰ ਕਰ ਹੀ ਲਿਆ ਤਾਂ ਹੈਗਾ ਮੇਕ them ਫੀਲ ਵੈਲਕਮ, ਓਰੀਐਂਟੇਸ਼ਨ ਐਂਡ ਇੰਡਕਸ਼ਨ ਇਨ ਡਿਟੇਲ। ਉਹਨੂੰ ਅੱਛੀ ਤਰ੍ਹਾਂ ਦਾ ਵੈਲਕਮ ਕਰੋ, ਕੰਪਨੀ ਦੇ ਪਰਸਨਸ ਨਾਲ ਉਹਨੂੰ ਇੰਟਰੋਡਿਊਸ ਕਰਵਾਓ, ਕੰਪਨੀ ਦਾ ਪ੍ਰੋਸੈਸ ਜਿਹੜਾ ਹੈਗਾ ਉਹਦੇ ਬਾਰੇ ਦੱਸੋ, ਔਰ ਕੰਪਨੀ ਦੀ ਪਾਲਿਸੀਜ਼ ਬਾਰੇ ਦੱਸੋ। ਪਾਲਿਸੀਜ਼ ਮੀਨ ਸੈਲਰੀਜ਼ ਕਿੰਨੀ ਆ, ਉਹਦੀ ਪੇ ਕਿਵੇਂ ਹੁੰਦੀ ਆ, ਲੀਵਸ ਕਿੰਨੀਆਂ ਮਿਲਦੀਆਂ ਨੇ, ਇੱਥੇ ਅਲਾਉਂਸਸ ਕਿੰਨੇ ਹੁੰਦੇ ਨੇ, ਲੰਚ ਬ੍ਰੇਕ ਟਾਈਮ ਬ੍ਰੇਕ ਜਿਹੜਾ ਹੈਗਾ ਉਹ ਕਿੰਨਾ ਹੈ, ਉਹਦੇ ਵਿੱਚ ਟਾਈਮਿੰਗ ਕਿੰਨੀ ਹੁੰਦੀ ਆ, ਓਵਰ ਟਾਈਮ ਕਿੰਨੀ ਕਰ ਸਕਦਾ ਹੈ ਉਹ, ਜਿਹੜਾ ਹੈਗਾ ਵਰਕ ਦੀ ਟਾਈਮਿੰਗ ਐਂਡ ਪਾਲਿਸੀਜ਼ ਜਿਹੜੀਆਂ ਹੈਗੀਆਂ ਉਸ ਚੀਜ਼ ਦਾ ਸਾਰਾ ਉਹਨੂੰ ਦੱਸਣਾ ਪੈਣਾ ਹੈ ਤੁਹਾਨੂੰ। ਮਤਲਬ ਕਿ ਐਟ ਲਾਸਟ ਜਿਹਨੂੰ ਕਿ ਪੌਜ਼ ਹੋ ਟੀਮ ਗਿਆ ਭਾਵਨਾ ਦੇ ਤੁਹਾਡਾ। ਵਿੱਚ ਜਾਣਿਆ ਜਾਂਦਾ ਹੈ ਜੀ। HRM ਨਾਲ ਸੰਬੰਧਿਤ ਇੱਕ ਹੁੰਦਾ ਕਿ ਇਹਦਾ ਮਤਲਬ ਇਹ ਹੁੰਦਾ ਕਿ ਟੈਪ ਜਿਹੜੀ ਹੈਗੀ ਉਹ ਤੋਂ ਲਗਾਤਾਰ ਪਾਣੀ ਆ ਰਿਹਾ, ਇਹ ਨਹੀਂ ਹੁੰਦਾ ਕਿ ਕਦੇ ਚੱਲਦਾ ਜਾਂ ਬੰਦ ਹੋ ਜਾਂਦਾ, ਮਤਲਬ ਇੱਕ ਰੈਗੂਲਰ ਇੱਕ ਪ੍ਰੈਕਟਿਸ ਹੈ ਇਹ ਜਿਹੜੀ ਹਰ ਟਾਈਮ ਹਰ ਘੰਟੇ ਹਰ ਦਿਨ ਆਪਾਂ ਨੂੰ ਕਰਨੀ ਪੈਂਦੀ ਹੈ। ਮਾਨਵ ਸੰਸਾਧਨ ਦੀ ਇੱਕ ਨਿਰੰਤਰ ਜਿਹੜੀ ਜਾਗਰੂਕਤਾ ਹੈਗੀ ਬਹੁਤ ਜ਼ਰੂਰੀ ਆ, ਔਰ ਡੇਲੀ ਦੇ ਕੰਮ ਦੀ ਜਿਹੜੀ ਇਹਦੀ ਮਹੱਤਤਾ ਹੁੰਦੀ ਹੈ। ਇਸ ਪ੍ਰਕਾਰ ਜਿਹੜਾ ਹੈਗਾ ਦ੍ਰਿਸ਼ਟੀਕੋਣ ਜਿਹੜਾ ਹੈਗਾ ਦਾ ਇੱਕ ਤਰੀਕਾ ਹੁੰਦਾ ਸੋਚਣ ਦੀ, ਇੱਕ ਤਕਨੀਕ ਹੁੰਦੀ ਆ ਜਿਸ ਨੂੰ ਹਰ ਟਾਈਮ ਹੈਗਾ ਜਿਹੜਾ ਡਿਫਰੈਂਟ ਲੈਵਲ ਤੇ ਅਗਰ ਧਿਆਨ ਦਿੱਤਾ ਜਾਵੇ ਤਾਂ ਇਹ ਬਹੁਤ ਅੱਛਾ ਇੱਕ ਟੌਪਿਕ ਹੈਗਾ HRM ਦਾ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਹੀ ਸੋਹਣੇ ਤਰੀਕੇ ਨਾਲ ਇਹਨੂੰ ਐਕਸਪਲੇਨ ਕੀਤਾ। ਪਰ ਮੇਰੀ ਇੱਕ ਗੁਜ਼ਾਰਿਸ਼ ਹੈ ਲਾਸਟ ਵਿੱਚ ਕਿ ਥੋੜਾ ਜਿੰਨਾ ਆਪਣੀ ਆਵਾਜ਼ ਨੂੰ ਉੱਚਾ ਬੋਲੋ। ਨੰਬਰ 2 ਈਅਰਫੋਨ ਲਗਾਓ ਜਿਹਦੇ ਨਾਲ ਸਭ ਨੂੰ ਸੁਣਾਈ ਦੇਵੇ, ਕਲੀਅਰਲੀ ਸੁਣਾਈ ਦੇਵੇ। ਥੈਂਕ ਯੂ ਦੋਸਤੋ। ਇਹ ਤੁਹਾਡਾ ਸਨ ਬਹੁਤ ਬਹੁਤ ਸ਼ੁਕਰੀਆ। ਸਿੰਦਰਪਾਲ ਜੀ ਜਿਹੜੇ ਜਿਨ੍ਹਾਂ ਨੇ ਹਿਊਮਨ ਰਿਸੋਰਸ ਮੈਨੇਜਮੈਂਟ ਬਾਰੇ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ, ਔਰ ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆਈ ਹੋਏਗੀ। ਔਰ ਜੇ ਆਵਾਜ਼ ਥੋੜੀ ਹੌਲੀ ਹੋਵੇ, ਈਅਰਫੋਨ ਪਲੀਜ਼ ਈਅਰਫੋਨ ਲਗਾ ਕੇ ਸੁਣੋ ਇਹਨਾਂ ਦਾ ਪ੍ਰੋਗਰਾਮ। ਔਰ ਅਗਲੇ ਹਫਤੇ ਫਿਰ ਅਸੀਂ ਇੱਕ ਨਵੇਂ ਟੌਪਿਕ ਨਾਲ ਫੇਸਬੁੱਕ ਤੇ ਹਾਜ਼ਰ ਹੋਵਾਂਗੇ। ਔਰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਸਿੰਦਰਪਾਲ ਜੀ ਤੁਹਾਡਾ ਵੀ ਬਹੁਤ ਬਹੁਤ ਤੁਹਾਡਾ ਹੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮੈਮ। ਔਰ ਸਤਿ ਸ੍ਰੀ ਅਕਾਲ ਜੀ।